ਅੱਜ ਆਪਾਂ माफ़ करना कैमरा बंद करा पहला। हाँ बलविंदर कैमरा बंद कर दो जी। बलविंदर ये आज आप ये 613 अंग तो ज्ञान शुरू करना है जी। सोरठ राग दे विच जिहड़ा अपने पंज पातशाही दे जिहड़े शब्द चल रहे हैं एक्चुअली ना मैं दो पासे जिहड़ा हैगा ना दो पासे कढ़ना पैंदा। मैं कि स्टैंड बाई दे उत्ते भी शब्द कढ़ लीए स्टैंड बाई ते मिले ज्वाइन हो गई वीर जी ਉਹ ਜੁਆਇਨ ਉਹਦੇ ਨਾਲ ਇਨਵਾਈਟ ਨਾਲ ਹਨਾ ਰੇਸ਼ਮ ਜੀ ਆ ਗਏ ਜੀ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਕਰੋ ਕਰੋ ਆਪਾਂ ਉਹ ਸੀਗਾ ਸ਼ਬਦ ਸੀਗਾ ਜੀ ਰਾਜਨ ਮੈਂ ਰਾਜਾ ਉਰਝਾਇਓ ਇੱਥੋਂ ਸ਼ੁਰੂ ਕਰਾਂਗੇ ਜੀ ਅੱਜ। ਰਾਜਨ ਮੈਂ ਰਾਜਾ ਉਰਝਾਇਓ ਕੱਢ ਲੈਣਾ ਸ਼ਬਦ। ਤੇਰੇ ਚਰਨ ਕਵਲ ਸੂਜਾ ਕਾ ਮਨ ਲੀਨਾ ਸੋ ਜੰਤਰ ਤੰਗਾਈ। ਇਹ ਹੋ ਗਿਆ ਸੀ। ਵਾਹਿਗੁਰੂ ਜੀ ਇਹ ਜਿਹੜਾ ਹੈਗਾ ਮਾਫ ਕਰਨਾ ਜੀ ਬਹੁਤ ਸਾਰੀ ਸੰਗਤ ਰਹਿ ਗਈ ਸੀ। ਅੰਗ ਜਿਹੜੇ ਹੈਗੇ 613 ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਔਰ ਇਹ ਲੜੀ ਦਾ ਪੰਜਵਾਂ ਮੋਤੀ ਹੈਗਾ। ਇਹਦੇ ਵਾਸਤੇ ਆਪਾਂ ਨੂੰ ਥੋੜ੍ਹਾ ਜਿਹਾ ਪਿੱਛੇ ਜਾਣਾ ਪਊਗਾ। ਪਿਛਲੇ ਜਿਹੜੇ ਸ਼ਬਦ ਆਪਾਂ ਨੇ ਕੀਤੇ ਆ ਉਹ ਸਾਰੀ ਮਾਫ ਕਰਨਾ ਜੀ ਗਲਾ ਪਹਿਲਾਂ ਹੀ ਬੰਦ ਹੋ ਰਿਹਾ। ਇਹ ਪਿੱਛੇ ਜਿਹੜੇ ਹੈਗੇ ਆ ਇਹ ਆਪਾਂ ਨੇ ਸ਼ੁਰੂ ਹੋਇਆ ਸੀ ਗਿਆਨ ਜਿਹੜਾ ਹੈ ਨਾ 611 ਅੰਗ ਦੇ ਉੱਤੇ ਉੱਥੋਂ ਸ਼ੁਰੂ ਕੀਤਾ ਸੀ। ਮਹਾਰਾਜ ਨੇ ਲੜੀ ਨਵੀਂ ਏਕ ਪਿਤਾ ਏਕਸ ਕੇ ਹਮਵਾਰਕ ਤੂੰ ਮੇਰਾ ਗੁਰਹਾਈ। ਉਹ ਗੁਰੂ ਨੂੰ ਕਹਿ ਰਹੇ ਸੀਗੇ ਬ੍ਰਹਮ ਗਿਆਨੀਆਂ ਨੂੰ ਕਹਿ ਰਹੇ ਸੀਗੇ ਬਈ ਆਪਾਂ ਤਾਂ ਇੱਕੋ ਪਿਓ ਦੇ ਬੱਚੇ ਹੈਗੇ ਆ। ਤੁਸੀਂ ਜਿਹੜਾ ਹੈਗਾ ਯਾਤਰਾ ਕਰ ਲਈ ਆ ਅਤੇ ਮੈਂ ਕਰ ਰਿਹਾ ਹਾਂ ਅਤੇ ਮੈਨੂੰ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਮੈਨੂੰ ਵੀ ਰਸਤਾ ਚਾਹੀਦਾ ਹੈ। ਇਹ ਤੁਹਾਡੇ ਕੋਲ ਮੈਪ ਹੈਗਾ ਉਹ ਮੈਨੂੰ ਵੀ ਦਿਓ ਮੈਪ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਏ। ਤੁਸੀਂ ਦੇਖ ਲਏ ਆ ਤੁਸੀਂ ਕਰ ਲਏ ਦਰਸ਼ਨ ਮੈਨੂੰ ਵੀ ਜਰਾ ਦਰਸ਼ਨ ਕਰਾ ਦਿਓ ਪਲੀਜ਼। ਮੈਂ ਸਾਰਾ ਕੁਛ ਕਰਨ ਨੂੰ ਤਿਆਰ ਹਾਂ ਜਿਵੇਂ ਤੁਸੀਂ ਜਿਹੜਾ ਹੈਗਾ ਕਹਿੰਦੇ ਹੋ ਮੈਂ ਉਹ ਸਾਰਾ ਕੁਛ ਕਰਨ ਨੂੰ ਤਿਆਰ ਹਾਂ ਕਿਉਂਕਿ ਮੈਂ ਆਪਣੀਆਂ ਟੱਕਰਾਂ ਮਾਰ ਕੇ ਥੱਕ ਗਿਆ ਹਾਂ। ਮੈਂ ਹੰਭ ਗਿਆ ਹਾਂ ਆਪਣੇ ਮਨ ਦੇ ਹਿਸਾਬ ਦੇ ਨਾਲ ਚੱਲ ਕੇ। ਮੈਂ ਆਪਣੇ ਮਨ ਦੇ ਹਿਸਾਬ ਦੇ ਨਾਲ ਚੱਲ ਕੇ ਹੰਭ ਗਿਆ ਹਾਂ ਥੱਕ ਗਿਆ ਹਾਂ ਮੈਂ। ਇਸ ਕਰਕੇ ਮੈਨੂੰ ਦਰਸ਼ਨ ਮੈਨੂੰ ਜਿਹੜਾ ਹੈਗਾ ਤੁਸੀਂ ਗਾਈਡ ਕਰੋ। ਸੁਣ ਮੀਤਾ ਤੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ। ਮੈਂ ਮਨ ਤਨ ਧਨ ਸਭ ਕੁਛ ਤੁਹਾਡੇ ਹਵਾਲੇ ਕਰ ਦਿੱਤਾ। ਪਾਉ ਮਲੋਮਾ ਮਲ ਮਲ ਤੋਮਾ ਇਹ ਮਨ ਤੈਂਕੂ ਦੇਸਾਂ। ਸੁਣ ਮੀਤਾ ਹੋ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹ ਉਪਦੇਸਾਂ। ਮੈਂ ਵੀ ਮਿਲਣਾ ਤੁਹਾਡੇ ਵਾਂਗੂ ਮੈਂ ਵੀ ਖੁਸ਼ ਹੋ ਜਾ। ਮੇਰੀ ਵੀ ਯਾਤਰਾ ਪੂਰੀ ਹੋ ਜਾਏ। ਮੈਨੂੰ ਦਿਓ ਉਪਦੇਸ਼ ਮੈਨੂੰ ਰਸਤਾ ਦਿਖਾਓ। ਫਿਰ ਅੱਗੇ ਆਇਆ ਸੀ ਮਾਨ ਨਾ ਕੀਜੇ ਸ਼ਰਨ ਪਰੀਜੇ ਕਰੇ ਸੋ ਭਲਾ ਮਨਾਈਏ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੇ ਇਉਂ ਦਰਸ਼ਨ ਹਰ ਜਿਉ ਪਾਈਏ। ਆ ਦੇਖੋ ਉਪਦੇਸ਼ ਆ ਗਿਆ ਜੀ। ਉਸੇ ਵੇਲੇ ਉਪਦੇਸ਼ ਦੇਤਾ ਬ੍ਰਹਮ ਗਿਆਨੀਆਂ ਨੇ। भयो अनुग्रह प्रसाद संतन के हर नामा है मीठा। आ लो अनुग्रह हो गया किरपा हो गई। अनुग्रह का मतलब किरपा। संतां का प्रसाद आ गया नाम मिठा।
ਜਨ ਨਾਨਕ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ। ਉਹ ਮਾਲਕ ਪਰਮਾਤਮਾ ਪ੍ਰਤੱਖ ਹੋ ਗਿਆ ਸਾਰੇ ਹਰ ਜਗ੍ਹਾ 'ਤੇ, ਉਹਦੇ ਵਿੱਚ ਹੀ ਹਾਂ ਆਪਾਂ। ਇਸ ਤੋਂ ਬਾਅਦ ਅੱਗੇ ਸੀਗਾ ਸ਼ਬਦ ਕੋਟ ਬ੍ਰਹਮੰਡ ਕੋ ਠਾਕੁਰ। ਉਹ ਦੱਸਿਆ ਸੀ ਉਹ ਮਾਲਕ ਪਰਮਾਤਮਾ ਕੌਣ ਆ, ਕੀ ਕਰ ਰਿਹਾ ਉਹ। ਕੋਟ ਬ੍ਰਹਮੰਡ ਕੋ ਠਾकुर स्वामी सर्व जियां का दाता रे प्रतिपाल है नित सार संभाल है एक गुण नहीं मूर्ख जाता रे हर आराधना जाना रे हर हर गुर गुर करता रे। कहते मैनू नहीं पता वो मालक दे बारे, ना मैनू पता है किमें जिहड़ा हैगा ये रस्ते ते चलना है। मैं तो कर्म कांड ही करता रह रहा, मैं तो जिहड़ा हैगा मूँह दे नाल वाहिगुरु वाहिगुरु हर हर गुर गुर करता रे अल्लाह अल्लाह हरिओम हरिओम, मैं तो आही करी जा रहा मूँह दे नाल। और मेरा मन पतंदर जिहड़ा हैगा मेरी सुरत जिहड़ी हैगी पता नहीं कित्थे कित्थे के खा रही। मैं तो इनू मैनू नुकता ही नहीं पता सीगा भी अपने विचार बंद करने आ, अपना अंदर वड़ना है, इनू आटो पायलट ते नहीं लाउणा, इनू सुरत दे नाल जिहड़ा हैगा मालक तां नाल आ, मालक दे तां विच ही आ मैं, वो मालक दे नेड़े बैठना है जाके। आ तो पता ही नहीं सीगा मैनू। हर जियो नाम पढ़ियो रामदास। और लोकी जिहड़े वाहवा करन लग पे, लोकी जिहड़े हैगे वडियाई देन लग पे भी ये तो बड़ा भगत आ, ये तो राम दा दास आ। रहाओ दीन दयाल कृपाल सुख सागर सर्व कटा पर पूरी रे। मालिक परमात्मा तो दीना ते दयाल होने वाला है, कृपाल होने वाला है। हो जा दीन, वो तो पेखत सुनत सदा है संगे मैं मूर्ख जानिया दूरी रे। वो तो नेड़े बिल्कुल, मैं तो दूर जान लिया। हर बेअंत अमित कर वर्णो क्या जाना हुए कै सुरे। मैं तो वैसे ही जिहड़ा हैगा सुनिया सुनाइया इधरों चक्या उधर, उधरों चक्या इधर, बस पूरी दी पूरी जिहड़ा PhD कीती हुई सीगी खाली गल्लां दे नाल, खाली जिहड़ा हैगा वाह वाह लोकां दी वडियाई दे इधरों चक के दे उधर मारे, उधरों चक के उधर चुंझ ज्ञान लै लै के जिहड़ा वीडियो बनाई जा रहा सीगा, इधर दियां उधर, उधर दियां इधर। क्या है हर बेअंत हों मित कर वर्णो क्या जाना होए कै सुरे। ਕੰਨਾਂ ਨੂੰ ਹੱਥ ਲਾਈਏ ਭਾਈ, ਕੰਨਾਂ ਨੂੰ ਹੱਥ ਲਾ ਲਈਏ। ਜੀਵਨ ਆਪਣਾ ਹੈਗਾ, ਕਿਸੇ ਦਾ ਕੁਛ ਨਹੀਂ ਹੈ। ਆਪਾਂ ਤਾਂ ਮਿਸਗਾਈਡ ਹੋਏ ਆ ਤੇ ਦੁਨੀਆ ਨੂੰ ਮਿਸਗਾਈਡ ਕਰਨ ਦਾ ਜਿਹੜਾ ਹੈਗਾ ਇਹ ਕ੍ਰਾਈਮ ਕਿਉਂ ਕਰ ਰਹੇ ਆ? ਇਹਦਾ ਭੁਗਤਾਨ ਕਿਵੇਂ ਕਰਾਂਗੇ? ਇਹਦਾ ਭੁਗਤਾਨ ਕਿਵੇਂ ਕਰਾਂਗੇ ਦੱਸੋ? ਦੱਸ ਹੋਏ ਮਨਾ ਮੇਰੇ ਆ, ਦੱਸ ਕਿਵੇਂ ਭੁਗਤਾਨ ਕਰੇਗਾ ਤੂੰ? ਗਲਤ ਪ੍ਰਚਾਰ ਕਰ ਰਹੇ ਆ, ਗਲਤ ਗਾਈਡ ਕਰ ਰਹੇ ਆ ਲੋਕਾਂ ਨੂੰ। ਤੂੰ ਆਪ ਤਾਂ ਮਿਸਗਾਈਡ ਹੋਇਆ, ਆਪ ਜਿਹੜੇ ਖੂਹ 'ਚ ਜਾਣਾ ਜਾ। हाँ बेअंत हाँ मित कर वर्णो क्या जाना होए कैसो रे। करो बेनती सतगुर अपने मैं मूर्ख दे उपदेसो रे। मालका मैं तो मूर्ख हैगा, मैनू उपदेश दे। हे गुरु हे ब्रह्म ज्ञानियों मैनू रस्ता दिखाओ। मैं मूर्ख की केतक बात है कोट पराधी तरिया रे। मैं मूर्ख की केतक बात है कोट अपराध दी तरिया रे। ये ਐੜਾ ਖਤਮ ਹੋ ਗਿਆ ਇਹਦੇ ਵਿੱਚ, ਕਿਉਂਕਿ ਜਿਹੜਾ ਹੈਗਾ ਇੱਥੇ ਵਜਨ ਤੋਲ ਦੀ ਗੱਲ ਆ। ਅਪਰਾਧੀ ਕਹਿਣ ਦੇ ਨਾਲ ਵੀ ਅਪਰਾਧੀ ਜਿਹੜਾ ਵਰਡ ਸਮਝ ਆ ਜਾਂਦਾ ਹੈ। ਇਹ ਕਹਿੰਦੇ ਜੀ ਇਹ ਤੇ ਗੁਰਬਾਣੀ ਤਾਂ ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ, ਇਹ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਲਿਖੀ ਅੱਖਰ ਲਿਖੇ ਸਹੀ ਗਾਵਾਂ। ਪਤਾ ਨਹੀਂ, ਚਲੋ ਆਪਾਂ ਨਹੀਂ ਦੂਸਰੇ ਪਾਸੇ ਜਾ ਰਹੇ। ਮੈਂ ਮੂਰਖ ਕੀ केतक बात है कोट अपराधी तरिया रे। गुर नानक जिन सुनिया पेख्या से फिर गरबास ना भरिया रे। कहते जिन्हों ने भी ब्रह्म ज्ञानियां नू सुन लिया और ब्रह्म ज्ञानियां नू देख लिया, देखना किया उन्होंने प्रैक्टिकल करके देख लिया। ब्रह्म ज्ञानियां नू प्रैक्टिकल करके देख लिया, उन्होंने कहे दे अनुसार चल के देख लिया, आया प्रैक्टिकल। गुर नानक जिन सुनिया पेख्या से फिर गरबास ना भरिया रे। इस तो अगे होर चलिए आप देखो किमें लिंक हो रहे शब्द, किमें ज्ञान जिहड़ा एक दे बाद एक आया, किस तरह जिहड़ा है महाराज समझा रहे, किन्ना जिहड़ा हैगा यतन कर रहे आपां नूं समझाउण दे वास्ते। ये शब्द एवें नहीं लगे हुए, ये मोती है, ये बहुत कीमती बेशकीमती मोती है। सोठ महला पंजवां
ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਜਿਹੜੀਆਂ ਮੇਰੇ ਅੰਦਰ ਜਿਹੜੇ ਸੀਗੇ, ਜਿਹੜੀਆਂ ਮੇਰੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਸੀਗੇ, ਵਿਚਾਰਾਂ ਦਾ ਜਾਲ ਬਣਿਆ ਪਿਆ ਸੀਗਾ। ਸਵੇਰ ਤੋਂ ਸ਼ਾਮ ਤਾਈਂ ਰਾਤ 24 ਘੰਟੇ ਜਿਹੜੇ ਵਿਚਾਰ ਚੱਲਦੇ ਸੀਗੇ, ਇਹਦੇ ਬਾਰੇ ਸੋਚ ਲਿਆ, ਉਸੇ ਵੇਲੇ ਦੂਸਰੇ ਦੇ ਬਾਰੇ ਸੋਚ ਲਿਆ, ਉਸੇ ਦੇ ਵੇਲੇ ਤੀਸਰੇ ਦੇ ਬਾਰੇ ਸੋਚ ਲਿਆ, ਟਿਕਦਾ ਹੀ ਨਹੀਂ ਮਨ, ਚੌਥੇ ਬਾਰੇ ਸੋਚ ਲਿਆ, ਪੰਜਵੇਂ ਦੇ ਬਾਰੇ ਸੋਚ ਲਿਆ। ਬਸ ਇਸੇ ਤਰੀਕੇ ਦੇ ਨਾਲ ਸਾਰਿਆਂ ਦੇ ਬਾਰੇ, ਇਹਦਾ ਕੀ ਹੋਇਆ, ਉਹਦਾ ਕੀ ਹੋਇਆ, ਇਹਦਾ ਕੀ ਹੋਇਆ, ਉਹਦਾ ਕੀ ਹੋਇਆ, ਇਹਦੇ ਵਿੱਚ ਹੀ ਘੁੰਮੀ ਜਾ ਰਹੇ ਆਪਾਂ। ਕਾਦੇ ਵਾਸਤੇ ਭਾਈ? ਇਹਦੇ ਨਾਲ ਫਾਇਦਾ ਕੀ ਹੋ ਰਿਹਾ? ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਬਾਤ ਕੋ ਕਹਿ ਰਹੇ ਮਹਾਰਾਜ, ਵਿਚਾਰਾਂ ਦੀ ਕਹਿ ਰਹੇ ਆ, ਅੰਦੇਸਾ ਆ, ਇਹਦੇ ਨਾਲ ਤੇ ਜੀਵਨ ਖਤਮ ਹੋ ਜਾਣਾ ਆਪਣਾ। ਉਹ ਇਹੀ ਤਾਂ ਸਮਾਂ ਹੈਗਾ ਆਪਣੇ ਕੋਲ, ਇਹੀ ਤਾਂ ਕੀਮਤੀ ਸਵਾਸ ਹੈਗੇ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਸਹਿਜ ਸੈਨ, ਕਹਿੰਦੇ ਬਿਲਕੁਲ ਸਹਿਜ ਅਵਸਥਾ ਆ ਗਈ, ਜਿਵੇਂ ਕੋਈ ਸੌਂ ਜਾਂਦਾ ਹੈ, ਇਸ ਤਰ੍ਹਾਂ ਦੀ ਅਵਸਥਾ ਆ ਗਈ। ਐਸਾ ਮਿੱਤਰ ਮਿਲ ਗਿਆ ਮੈਨੂੰ, ਸਹਿਜ ਅਵਸਥਾ ਵਾਲਾ। ਵਿਚਾਰ ਬੰਦ ਹੋ ਗਏ। ਔਰ ਸੁਖ ਮਨ ਨਾਰੀ, ਮਨ ਨੂੰ ਸੁਖ ਹੋ ਗਿਆ। ਇਹ ਨਾਰੀਆਂ ਜਿਹੜੀਆਂ ਸੀ, ਸਾਰੀਆਂ ਦੀਆਂ ਸਾਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸ਼ਾਂਤ ਹੋ ਗਈਆਂ। ਊਂਦ ਕਮਲ ਵਿਕਸਿਆ, ਔਰ ਮੁੱਦਾ ਕਮਲ ਜਿਹੜਾ ਸੀਗਾ, ਜਿਹੜਾ ਕੋਈ ਚੀਜ਼ ਲੈਣ ਹੀ ਨਹੀਂ ਦੇ ਰਿਹਾ ਸੀਗਾ, ਭਾਂਡਾ ਮੁੱਦਾ ਪਿਆ ਹੋਇਆ ਸੀਗਾ, ਉਹਦੇ ਵਿੱਚ ਜਿਹੜਾ ਹੈਗਾ ਜਨਮਾਂ ਦੇ ਸੰਸਕਾਰ, ਮਾੜੀਆਂ ਆਦਤਾਂ ਸਾਰੇ ਭਰੇ ਪਏ ਸੀਗੇ। ਉਹ ਵਿਕਸ ਗਿਆ, ਸਿੱਧਾ ਹੋ ਗਿਆ। ਪਹਿਲਾਂ ਉਹਦੇ ਜਲ ਨਿਕਲਿਆ ਸਾਰਾ, ਫਿਰ ਸਿੱਧਾ ਹੋ ਗਿਆ, ਫਿਰ ਉਹਦੇ 'ਚ ਅੰਮ੍ਰਿਤ ਧਾਰ ਪੈਣ ਲੱਗ ਪਈ। ਦੇਖੋ ਅਚਰਜ ਪਿਆ, ਦੇਖੋ ਕਿਸ ਤਰ੍ਹਾਂ ਜਿਹੜੇ ਹੈਗੇ ਫਿਰ ਅਭਿਆਸੀ ਜਿਹੜਾ ਹੈਗਾ ਕਿਵੇਂ ਕਹਿ ਰਿਹਾ ਹੈ, ਕਿਵੇਂ ਬ੍ਰਹਮ ਗਿਆਨੀਆਂ ਨੇ ਦੱਸ ਦਿੱਤਾ, ਗਿਆਨ ਦੇ ਦਿੱਤਾ, ਉਹਦੇ ਅਨੁਸਾਰ ਚੱਲਿਆ, ਕਾਰਵਾਈ ਕੀਤੀ, ਵਿਚਾਰ ਬੰਦ ਹੋਏ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਆਪਾਂ ਤਾਂ ਦੇਖਦੇ ਹੀ ਨਹੀਂ, ਆਪਾਂ ਤਾਂ ਗੌਰ ਹੀ ਨਹੀਂ ਕਰਦੇ, ਆਪਾਂ ਤਾਂ ਕਹਿੰਦੇ ਕਿ ਸਾਨੂੰ ਤਾਂ ਇੱਥੇ ਹੀ ਰਹਿਣ ਦਿਓ ਭਾਈ, ਅਸੀਂ ਤਾਂ ਇੱਥੇ ਹੀ ਖੁਸ਼ ਹੈਗੇ ਹਾਂ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਫਿਰ ਭਾਈ ਜਿਹੜਾ ਦੂਸਰੇ ਜਿਹੜੇ ਹੈਗੇ, ਜਿਹੜੇ ਰੱਬ ਵਾਲੇ ਪਾਸੇ ਚੱਲ ਰਹੇ, ਲੱਗੇ ਹੋਏ ਆ, ਉਹਨਾਂ ਨੂੰ ਵੀ ਲੱਗੇ ਰਹਿਣ ਦਿਓ ਭਾਈ। ਫਿਰ ਕਾਹਦਾ ਰੌਲਾ ਹੈਗਾ? ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਸਹਿਜ ਸੈਨ ਔਰ ਸੁਖ ਮਨ ਨਾਰੀ, ਊਂਦ ਕਮਲ ਵਿਕਸਿਆ। ਦੇਖੋ ਆਚਰਜ ਭਇਆ, ਕਹਿੰਦੇ ਆਸ਼ਚਰਜਨਕ, ਕਹਿੰਦੇ ਕਮਾਲ ਹੋ ਗਈ, ਕਮਾਲ ਹੋ ਗਈ, ਕਮਾਲ ਹੋ ਗਈ ਭਾਈ, ਆਸ਼ਚਰਜ, ਇੰਨੀ ਹੈਰਾਨੀ ਵਾਲੀ ਗੱਲ ਹੋ ਗਈ। ਉਹ ਮਾਲਕ ਪਰਮਾਤਮਾ ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰੇ ਦਇਆ। ਉਹ ਗੁਰੂ ਨੇ ਕਮਾਲ ਕਰਤੀ, ਬ੍ਰਹਮ ਗਿਆਨੀਆਂ ਨੇ ਮੈਨੂੰ ਵਿਚਾਰਾਂ ਤੋਂ ਕੱਢ ਕੇ ਮੈਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਮੇਰੇ ਅੰਦਰ ਪ੍ਰਗਟ ਕਰ ਦਿੱਤਾ। ਉਹ ਮਾਲਕ ਜਿਹੜਾ ਗਲੈਕਸੀਆਂ ਘੁਮਾ ਰਿਹਾ, ਦੁਨੀਆ ਬਣਾ ਰਿਹਾ, ਪਲੈਨਟਸ ਬਣਾ ਰਿਹਾ, ਪਲੈਨਟਸ ਉਹਦੇ ਵਿੱਚ ਜਾ ਕੇ ਲੀਨ ਹੋ ਜਾਂਦੇ ਆ। ਕਿੰਨੇ ਦੇਖੋ ਆਕਾਸ਼ 'ਚ ਤਾਰੇ, ਇੰਨੇ ਸਾਰੇ ਪਲੈਨਟਸ ਆਪਾਂ ਨੂੰ ਦਿਸ ਰਹੇ ਆ, ਔਰ ਚਾਰੋਂ ਪਾਸੇ ਹੈਗੇ ਭਾਈ। ਇਹ ਥੱਲੇ ਵਾਲੇ ਤਾਂ ਧਰਤੀ ਤੇ ਦਿਖਦੇ ਹੀ ਨਹੀਂ ਆਪਾਂ ਨੂੰ ਹਾਲੇ। ਚਾਰੋਂ ਪਾਸੇ ਜਿਹੜੇ ਹੈਗੇ, ਇੰਨਾ ਵੱਡਾ ਮਾਲਕ ਪਰਮਾਤਮਾ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ। ਇਸ ਤੋਂ ਉੱਪਰ ਕਿਹੜਾ ਆਸ਼ਚਰਜ ਹੋਊਗਾ ਭਾਈ? ਇਸ ਤੋਂ ਉੱਪਰ ਕੀ ਹੋਊਗਾ ਦੱਸੋ? ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। सहज सैन और सुख मन नारी, ऊंद कमल बिकसया। देखो अचरज भया, जह ठाकुर को सुनत अगाध बोध, सो हृदय गुर दया रहो। गुरु ने प्रगट कर दिता भाई। जो ये दूत मोए बहुत संतापत, ते भयानक भया। कहते वो मेरे तो डरन लग पे, काम क्रोध लो मोहकार। बैठ गए शांत होके, करें बेनती राख ठाकुर ते, हम तेरी शरण है। बेनती करन लग पे भी मालक तो बचा सानू, सानू ना बाहर कढ़ पाए। ये मालक तो बहुत डर लगता है। इसे मालक ने तो उन्होंने बनाया सीगा। जह भंडार गोबिंद का खुलिया, जह प्रापत तह लया, एक रतन मोको गुर दीना। मेरा मन तन शीतल थिया। आ देखो नाम रतन, आ नुक्ता दे दिता, मन और तन दोनों शीतल हो गए। एक बूंद गुरे अमृत दीनो, ता अटल अमर नाम हुआ। भगत भंडार गुरे नानक को सौंपे, फिर लेखा मूल न लया।
ਭਗਤੀ ਦਾ ਭੰਡਾਰਾ ਮਿਲ ਗਿਆ ਭਾਈ। ਇੱਕ ਬੂੰਦ ਅੰਮ੍ਰਿਤ ਦੇ ਨਾਲ ਅਮਰ ਹੋ ਗਿਆ ਇਨਸਾਨ, ਔਰ ਲੇਖਾ ਜੋਖਾ ਸਾਰਾ ਖਤਮ ਇਸ ਭਗਤੀ ਦੇ ਨਾਲ, ਇਸ ਧਿਆਨ ਸਿਮਰਨ ਦੇ ਨਾਲ, ਆਪਣੇ ਵਿਚਾਰਾਂ ਨੂੰ ਬੰਦ ਕਰਨ ਦੇ ਨਾਲ। ਇਸ ਤੋਂ ਸਸਤਾ ਸੌਦਾ ਹੈ ਕੋਈ? ਅੱਗੇ ਜਿਹੜਾ ਹੈਗਾ ਅਗਲਾ ਸ਼ਬਦ ਆ ਗਿਆ ਸੋਠ ਮਹਲਾ ਪੰਜਵਾਂ, ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ। ਚਰਨ ਕਮਲਾਂ ਦੇ ਨਾਲ ਜਿਹਦਾ ਮਨ ਲੱਗ ਗਿਆ, ਉਹ ਧਿਆਨ ਸਿਮਰਨ ਸਮਰਨ ਪਰਮੇਸ਼ਰ ਦੇ, ਉਹ ਧਿਆਨ ਹੈ, ਉਹ ਚਰਨ ਕਮਲ ਹੈ, ਮਾਲਕ ਦੀ ਯਾਦ ਉਹ ਚਰਨ ਕਮਲ ਹੈ। ਗੁਣ ਅਮੋਲ ਜਿਸ ਹਿਰਦੈ, ਹੁਣ ਦੇਖੋ ਇੱਥੇ ਕੰਪੈਰੀਜ਼ਨ ਹੋ ਰਿਹਾ ਆ, ਇੱਥੇ ਕੰਪੈਰੀਜ਼ਨ ਇੱਕ ਬੰਦ ਦੇ ਵਿੱਚ ਦੋਨੋਂ ਕੈਟੇਗਰੀਆਂ ਲਈ ਜਾ ਰਹੀਆਂ ਭਾਈ। ਦੇਖ ਆਪਸ਼ਨ ਤੇਰੇ ਕੋਲ ਆ ਦੋਨੋਂ ਚੀਜ਼ਾਂ ਮੈਂ ਦੱਸ ਰਿਹਾ, ਆ ਕਰੇਗਾ ਤੇ ਆ ਹੋਊਗਾ, ਉਸੇ ਵੇਲੇ ਮੈਂ ਦੂਜਾ ਦੱਸੂਗਾ ਆਪੋਜ਼ਿਟ। ਆ ਪੂਰੇ ਸ਼ਬਦ ਦੇ ਵਿੱਚ ਇਸ ਤਰ੍ਹਾਂ ਚੱਲਣਾ ਹੈ ਸ਼ਬਦ। ਆ ਜੇ ਆਪਾਂ ਸਮਾਂ ਹੀ ਨਹੀਂ ਦੇਵਾਂਗੇ ਤੇ ਕਿਸ ਤਰੀਕੇ ਦੇ ਨਾਲ ਹੀਰੇ ਮੋਤੀ ਚੁਗਾਂਗੇ ਆਪਾਂ? ਆ ਬਣਤਰ ਦੇਖੋ ਸ਼ਬਦ ਦੀ ਕਿਸ ਤਰ੍ਹਾਂ ਦੀ ਬਣਤਰ ਹੈਗੀ ਆ। ਕੀ ਕਹਿ ਰਿਹਾ ਸ਼ਬਦ? ਇੱਕ ਲਾਈਨ ਦੇ ਵਿੱਚ ਦੋਨਾਂ ਦਾ, ਇੱਕ ਬੰਦ ਦੇ ਵਿੱਚ ਦੋਨੋਂ ਦਾ ਕੰਪੈਰੀਜ਼ਨ, ਇੱਕ ਲਾਈਨ ਉਧਰ ਦੀ ਇੱਕ ਲਾਈਨ ਇੱਧਰ ਦੀ। ਆ ਪੂਰਾ ਸ਼ਬਦ ਇਸ ਤਰ੍ਹਾਂ ਚੱਲੂਗਾ। ਸੋਠ ਮਹਲਾ ਪੰਜਵਾਂ, ਚਰਨ ਕਮਲ ਸਿਉ ਝਾਂਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ। ਉਹ ਤ੍ਰਿਪਤ ਹੋ ਜਾਣਗੇ ਜਿਨ੍ਹਾਂ ਦਾ ਮਨ ਲੱਗ ਗਿਆ ਧਿਆਨ ਸਿਮਰਨ ਦੇ ਵਿੱਚ, ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਧਿਆਨ ਲੱਗ ਗਿਆ। ਧਿਆਨ ਕਰ ਲੱਗੂਗਾ ਜਦ ਵਿਚਾਰ ਬੰਦ ਹੋਣਗੇ। ਵਿਚਾਰ ਬੰਦ ਹੋਣਗੇ ਤਾਂ ਹੀ ਧਿਆਨ ਲੱਗਣਾ ਹੈ। ਇਹ ਵਿਚਾਰ ਬੰਦ ਕਰਨਾ ਹੀ ਧਿਆਨ ਲਾਉਣਾ ਹੈ ਭਾਈ। ਵਿਚਾਰਾਂ ਦੇ ਉੱਤੇ ਆਪਾਂ ਨੇ ਧਿਆਨ ਦੇਣਾ, ਵਿਚਾਰਾਂ ਨੂੰ ਜਿਹੜਾ ਨਹੀਂ ਆਉਣ ਦੇਣਾ, ਇਹ ਪਤੰਗਾਂ ਨੂੰ ਨਹੀਂ ਆਪਣੀ ਡੋਰੀ ਬੰਨਣੀ, ਇਹੀ ਭਗਤੀ ਹੈ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ। ਗੁਣ ਅਮੋਲ ਜਿਸ ਹਿਰਦੇ ਨਾ ਵਸਿਆ ਤੇ ਨਰ ਤ੍ਰਿਸ਼ਨ ਤਿਖਾਈ। ਆ ਗੁਣ ਅਮੋਲਕ ਹੈਗੇ ਭਾਈ। ਇਹ ਚਰਨ ਕਮਲ ਨੇ ਮਨ ਲਾਉਣਾ, ਸੁਰਤ ਜੋੜਨੀ ਸ਼ਬਦ ਦੇ ਨਾਲ। ਕਹਿੰਦੇ ਇਸ ਤੋਂ ਉੱਪਰ ਜਿਹੜਾ ਹੈਗਾ ਕੋਈ ਗੁਣ ਨਹੀਂ ਹੈ ਭਾਈ। ਜਿਹਦੇ ਅੰਦਰ ਆ ਅਮੋਲਕ ਗੁਣ ਨਹੀਂ ਵਸੇ, ਉਹਨੇ ਹਮੇਸ਼ਾ ਪਿਆਸਾ ਰਹਿਣਾ, ਭੁੱਖਾ ਰਹਿਣਾ ਹੈ। ਕੰਪੈਰੀਜ਼ਨ ਦੋਨਾਂ ਦਾ। ਹਰ ਆਰਾਧੇ ਅਰੋਗ ਆਨੰਦ ਆਈ। ਆ ਲਓ, ਜਿਹਨੇ ਇਹ ਕੰਮ ਕਰ ਲਿਆ, ਆਰਾਧਨਾ ਸ਼ੁਰੂ ਕਰਤੀ, ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰਤਾ, ਉਹ ਆਨੰਦ ਦੇ ਵਿੱਚ ਤੇ ਅਰੋਗ ਹੋਏਗਾ। ਰੋਗ ਖਤਮ ਹੋ ਜਾਣਗੇ ਉਹਦੇ। ਨਹੀਂ ਤਾਂ ਆਪਾਂ ਇਹ ਮਨ ਦੇ ਰੋਗ ਇਹੀ ਰਿਫਲੈਕਟ ਹੋ ਕੇ ਤਨ ਦੇ ਰੋਗ ਬਣ ਜਾਂਦੇ। ਫਿਰ ਜਿਹੜਾ ਹੈਗਾ ਰੋਗਾਂ ਦੇ ਨਾਲ ਆਪਾਂ ਜਿਹੜੇ ਹੈਗੇ ਆ ਘਿਰ ਜਾਵਾਂਗੇ ਭਾਈ, ਦੁਖੀ ਹੋਵਾਂਗੇ। ਹਰ ਆਰਾਧੇ ਅਰੋਗ ਆਨੰਦ ਆਈ, ਜਿਸਨੂੰ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਾਣੇ ਆਈ ਰਾਹੋ। ਲਓ ਦੇਖ ਲਓ, ਇਮੀਡੀਏਟਲੀ ਕੰਪੈਰੀਜ਼ਨ ਹੋ ਰਿਹਾ। ਨਹੀਂ ਜਿਹੜਾ ਪਰਮਾਤਮਾ ਵਾਲਾ ਰਸਤਾ, ਦੁਨੀਆ ਆਪਾਂ ਵਿਚਾਰਾਂ ਵਾਲਾ ਰਸਤਾ ਲੈ ਲਿਆ, ਆਪਾਂ ਦੁਨੀਆ ਵਾਲਾ ਰਸਤਾ ਲੈ ਲਿਆ। ਆਪਾਂ ਦੁਨੀਆ ਚਾਹੀਦੀ, ਵਿਚਾਰ ਚਾਹੀਦੇ ਆ, ਫਲਾਨਾ ਟਿਮਕਾ ਸਾਰੇ ਦੇ ਸਾਰੇ, ਤੇ ਪਰਮਾਤਮਾ ਨੂੰ ਵਿਸਾਰ ਦਿੱਤਾ, ਰਾਮ ਸਨੇਹੀ ਨੂੰ। ਤੇ ਕਹਿੰਦੇ ਲਾਖ ਬੇਦਨ ਤਿਸ ਲਾਖ ਬੇਦਨ ਜਾਣੇ ਆਈ। ਕਹਿੰਦੇ ਲੱਖਾਂ ਹੀ ਜਿਹੜੇ ਹੈਗੇ ਉਹਦੇ ਅੰਦਰ, ਲੱਖਾਂ ਹੀ ਜਿਹੜੀਆਂ ਤਕਲੀਫਾਂ ਉਹਦੇ ਅੰਦਰ ਉਹਨੇ ਪੈਦਾ ਕਰ ਲਈਆਂ। ਜਿੰਨੇ ਆਪਾਂ ਦੁਨੀਆ ਦੇ ਵੱਲ ਵਿਚਾਰ ਲੈ ਕੇ ਜਾ ਰਹੇ ਹਾਂ, ਓਨੀਆਂ ਤਕਲੀਫਾਂ ਆਪਾਂ ਜਨਰੇਟ ਕਰ ਰਹੇ ਹਾਂ, ਪੈਦਾ ਕਰ ਰਹੇ ਹਾਂ। ਮਾਲਕ ਜਿਹੜਾ ਛੁੱਟੀ ਤੇ ਚਲਾ ਗਿਆ, ਮਾਲਕ ਛੁੱਟੀ ਤੇ ਚਲਾ ਗਿਆ, ਮਾਲਕ ਨਹੀਂ ਉਹਨਾਂ ਦੀ ਕੇਅਰ ਕਰ ਰਿਹਾ। ਤੁਸੀਂ ਕੇਅਰ ਕਰ ਰਹੇ ਹੋ, ਤੁਸੀਂ ਜਿਹੜਾ ਹੈਗਾ ਉਹਨਾਂ ਦੇ ਬਾਰੇ ਜਿਹੜਾ ਸਾਰਾ ਕੁਝ ਕਰ ਰਹੇ, ਆਪਾਂ ਕਰ ਰਹੇ ਹਾਂ। ਜਿਸਨੂੰ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਣੇ ਆਈ ਰਹਾਓ। ਆਪਾਂ ਤਾਂ ਡਿਫਰੈਂਸ ਹੈ ਦੁਨੀਆ ਦੇ ਵਿੱਚ। ਆਪਾਂ ਜਿਹੜੇ ਹੈਗੇ ਫਲਾਣੇ ਨੂੰ ਇਸ ਤਰ੍ਹਾਂ ਨਹੀਂ ਕਰਨਾ, ਉਹਨੂੰ ਉਸ ਤਰ੍ਹਾਂ ਨਹੀਂ ਕਰਨਾ, ਇਸ ਤਰ੍ਹਾਂ ਹੋਣਾ ਚਾਹੀਦਾ। ਆਪਾਂ ਜਿਹੜੇ ਹੈਗੇ ਬਸ ਸਿਰਫ ਦੂਸਰੇ ਦੇ ਵਿੱਚ ਪਰਮਾਤਮਾ ਆਪਾਂ ਨੂੰ ਨਜ਼ਰ ਹੀ ਨਹੀਂ ਆਉਂਦਾ। ਹਰ ਆਰਾਧੇ ਅਰੋਗ ਆਨੰਦ ਆਈ, ਆਪੋਜ਼ਿਟ ਜਿਸਨੂੰ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਾਣੇ ਆਈ ਰਹਾਓ। ਜੇ ਜਨ ਓਟ ਗਈ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ। ਪ੍ਰਭੂ ਦੀ ਸ਼ਰਨ ਦੇ ਵਿੱਚ ਜਿਹੜਾ ਚਲਾ ਗਿਆ, ਪਰਮਾਤਮਾ ਦੀ ਓਟ ਲੈ ਲਈ, ਜਿਹਨੇ ਧਿਆਨ ਸਿਮਰਨ ਸ਼ੁਰੂ ਕਰਤਾ, ਜਿਹਨੇ ਵਿਚਾਰ ਬੰਦ ਕਰਨੇ, ਆਪਣੇ ਵਿਚਾਰਾਂ ਨੂੰ ਦੇਖਣਾ ਸ਼ੁਰੂ ਕਰਤਾ, ਜਿਹਨੇ ਇੱਧਰ ਉੱਧਰ ਜਿਹੜਾ ਹੈਗਾ ਇਹਦਾ ਉਹਦਾ ਸਾਰੇ ਦੁਨੀਆ ਦੀ ਜਿਹੜਾ ਠੇਕਾ ਜਿਹੜਾ ਹੈਗਾ ਉਹ ਜਿਹੜਾ ਛੱਡ ਦਿੱਤਾ, ਉਹ ਠੇਕੇਦਾਰੀ ਬੰਦ ਕਰ ਦਿੱਤੀ।
ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ। ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਉਸੇ ਦਿਨ ਤੋਂ ਸੁਖੀ ਹੋ ਜਾਏਗਾ। ਵਿਚਾਰ ਛੱਡ ਕੇ ਤਾਂ ਦੇਖੋ, ਦੁਨੀਆ ਨੂੰ ਛੱਡ ਕੇ ਤਾਂ ਦੇਖੋ ਭਾਈ, ਉਸੇ ਟਾਈਮ ਸੁਖੀ ਹੋ ਜਾਵਾਂਗੇ। ਇਹ ਵਿਚਾਰ ਹੀ ਤਾਂ ਦੁੱਖ ਦੇ ਰਹੇ ਆ। ਵਿਚਾਰ ਛੱਡੋ ਤੇ ਸਰੀਰ ਨਿਰੋਗ ਹੋ ਜਾਏਗਾ। ਮਨ ਨਿਰੋਗ ਹੋਇਆ ਤੇ ਸਰੀਰ ਨਿਰੋਗ ਹੋ ਜਾਏਗਾ। ਤੇ ਦੁਖੀ ਜਿਹੜੇ ਹੈਗੇ ਆਪਣਾ ਵਿਚਾਰ, ਆਪਾਂ ਇਸ ਦਿਮਾਗ ਨੂੰ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ। ਇੰਨਾ ਯੂਜ਼ ਕਰ ਰਹੇ ਹਾਂ ਬਸ, ਕੋਈ ਵੀ ਚੀਜ਼ ਨੂੰ ਯੂਜ਼ ਕਰਾਂਗੇ ਤੇ ਉਹਨੇ ਕੰਡਮ ਹੋਣਾ ਹੀ ਹੋਣਾ ਹੈ। ਔਰ ਫਿਰ ਜਿਹੜਾ ਹੈਗਾ ਇਹ ਜਿਹੜਾ ਇੱਕ ਟਾਈਮ ਆਏਗਾ ਜਦ ਕਿ ਫਿਰ ਜਿਹੜਾ ਹੈਗਾ ਐਂਜ਼ਾਈਟੀ ਔਰ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਅਲਜ਼ਾਈਮਰ, ਸਾਰੀ ਦੁਨੀਆ ਦੇ ਰੋਗ ਆ ਜਾਣਗੇ। ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ। ਜਿਹ ਨਰ ਬਿਸਰਿਆ ਪੁਰਖ ਵਿਦਾਤਾ ਤੇ ਦੁਖੀਆਂ ਮੈਂ ਗਣਨੇ। ਕਹਿੰਦੇ ਉਹ ਤਾਂ ਭਾਈ ਦੇਖ ਲਓ, ਜਿਨ੍ਹਾਂ ਨੇ ਆਪੋਜ਼ਿਟ ਸਾਈਡ ਲੈ ਲਈ, ਦੁਨੀਆ ਦਾ ਠੇਕਾ ਲੈ ਲਿਆ ਜਿਨ੍ਹਾਂ ਨੇ, ਤੇ ਫਿਰ ਉਹ ਭਾਈ ਦੁਖੀਆਂ ਦੇ ਵਿੱਚ ਗਿਣੇ ਜਾਣਗੇ। ਇਹ ਬਾਣੀ ਕਹਿ ਰਹੀ ਹੈ ਭਾਈ, ਅਸੀਂ ਕੁਛ ਨਹੀਂ ਕਹਿ ਰਹੇ, ਅਸੀਂ ਸਿਰਫ ਬਾਣੀ ਨੂੰ ਖੋਲ ਰਹੇ ਹਾਂ। ਇਹ ਬਾਣੀ ਕਹਿ ਰਹੀ, ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜੇ ਕੋਈ ਕਿਸੇ ਦੀ ਕੋਈ ਇਸ ਤਰ੍ਹਾਂ ਦਾ ਹੈ ਤੇ ਆ ਬਾਣੀ ਦੇ ਨਾਲ ਦੇਖ ਲੈ, ਆਪ ਵਿਚਾਰ ਕਰਕੇ ਦੇਖ ਲੈ ਭਾਈ, ਖੁਦ ਵਿਚਾਰ ਕਰਕੇ ਦੇਖ ਲੈ। ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ। ਜਿਹ ਨਰ ਬਿਸਰਿਆ ਪੁਰਖ ਵਿਦਾਤਾ ਤੇ ਦੁਖੀਆਂ ਮੈਂ ਗਣਨੇ। ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਦੇਖੋ ਬਾਣੀ ਤਾਂ ਹੁਣ ਤੋਂ ਕਹਿ ਰਹੀ ਹੈ, ਜੋ ਪਾਸਟ ਹੋ ਗਿਆ, ਜੋ ਆਪਾਂ ਨੇ ਕਰ ਲਿਆ ਉਹ ਤਾਂ ਖਤਮ ਆ, ਛੱਡ ਦਈਏ ਉਹਨੂੰ, ਉਹਦਾ ਆਪਾਂ ਕੁਝ ਨਹੀਂ ਕਰ ਸਕਦੇ। ਜਿਹੜਾ ਸਮਾਂ ਆਪਾਂ ਨੇ ਵੇਸਟ ਕਰ ਲਿਆ, ਅੱਜ ਤੋਂ ਹੁਣ ਤੋਂ ਹੀ ਜੇ ਆਪਾਂ ਪਰਮਾਤਮਾ ਦੇ ਨਾਲ ਲਿਵ ਲਾ ਲਈਏ, ਗੁਰੂ ਦੀ ਗੱਲ ਮੰਨ ਲਈਏ, ਪੰਜਵੀਂ ਪਾਤਸ਼ਾਹੀ ਦੀ ਗੱਲ ਮੰਨ ਲਈਏ, ਜੇ ਗੁਰਮਾਨ ਪ੍ਰਭੂ ਲਿਵ ਲਾਏ ਤੇ ਮਹਾ ਆਨੰਦ ਰਸ ਕਰਿਆ। ਕਹਿੰਦੇ ਅੱਜ ਤੋਂ ਹੀ ਮਹਾ ਖੁਸ਼ੀ ਖੇੜਾ ਆਉਣਾ ਸ਼ੁਰੂ ਹੋ ਜਾਊਗਾ, ਆਨੰਦ ਆ ਜਾਏਗਾ, ਰਸ ਆ ਜਾਏਗਾ, ਅੱਗੇ ਅੰਮ੍ਰਿਤ ਰਸ ਆ ਜਾਏਗਾ ਜੇ ਹੁਣ ਤੋਂ ਹੀ ਆਪਾਂ ਸ਼ੁਰੂ ਕਰ ਦਈਏ। ਤੇ ਦੇਖੋ ਕਿੰਨਾ ਗੁਰੂ ਕਹਿੰਦਾ, ਪਿੱਛੇ ਤੇ ਪਿੱਛਾ ਨਾ ਫੇਰ ਮੁਹੱਡੜਾ, ਅਗਾਹਾਂ ਕੋ ਤਰਾਂਗ। ਪਿੱਛਾ ਜੋ ਗਿਆ ਉਹਨੂੰ ਛੱਡ ਦੇ ਪਿਆਰਿਆ। ਐਟਲੀਸਟ ਹੁਣ ਤਾਂ ਮੰਨ ਲਾ ਨਾ ਗੁਰੂ ਦੀ ਗੱਲ, ਹੁਣ ਤਾਂ ਮੰਨ ਲਾ ਪੰਜਵੀਂ ਪਾਤਸ਼ਾਹੀ ਦੀ ਗੱਲ, ਹੁਣ ਤਾਂ ਮੰਨ ਲਾ ਪਿਆਰਿਆ। ਦੇਖ ਕਿੰਨੀ ਕਾਲਨਾ ਕੀਤੀ ਉਹਨਾਂ ਨੇ, ਤਾਂ ਆਪਣੇ ਆਪ ਨੂੰ ਵਾਰ ਦਿੱਤਾ। ਉਹਨਾਂ ਨੇ ਤਾਂ ਆਪਣੇ ਆਪ ਨੂੰ ਵਾਰ ਦਿੱਤਾ। ਅੱਖਰਾਂ ਦਾ ਮੁੱਲ ਪਾਈਏ ਭਾਈ, ਅੱਖਰਾਂ ਦੀ ਕਦਰ ਕਰੀਏ। ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਮਹਾਰਾਜ ਸਰਟੀਫਾਈ ਕਰ ਰਹੇ ਆਪਾਂ ਨੂੰ, ਕਹਿੰਦੇ ਆ ਬਈ ਇਸ ਤੋਂ ਉੱਪਰ ਆਨੰਦ ਨਹੀਂ ਹੈ ਜਿਹੜਾ ਤੈਨੂੰ ਮਿਲ ਜੂਗਾ। ਉਹ ਤੂੰ ਵਿਚਾਰਾਂ ਨੂੰ ਬੰਦ ਤਾਂ ਕਰ ਪਿਆਰਿਆ, ਦੁਨੀਆ ਦਾ ਠੇਕਾ ਛੱਡ ਤਾਂ ਸਹੀ। ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਕੋਰ ਮੇ ਪਰਿਆ। ਓਹੋ ਹੋ, ਦੇਖੋ ਅੱਖਰ ਕਿੱਥੇ ਤੱਕ ਜਾ ਰਿਹਾ ਪਿਆਰਿਓ। ਦੇਖ ਲਓ, ਪਰਮਾਤਮਾ ਨੂੰ ਵਿਸਾਰ ਕੇ ਤੇ ਗੁਰੂ ਤੋਂ ਬੇਮੁਖਾਈ ਹੋ ਗਏ। ਗੁਰੂ ਜੋ ਕਹਿ ਰਿਹਾ ਆਪਾਂ ਨਹੀਂ ਮੰਨਿਆ, ਦੂਜਾ ਰਸਤਾ ਚੂਜ਼ ਕਰ ਲਿਆ ਆਪਾਂ ਨੇ। ਵਿਚਾਰਾਂ ਦਾ, ਦੁਨੀਆ ਦਾ ਜਿਹੜਾ ਹੈਗਾ ਰਸਤਾ ਉਹ ਚੂਜ਼ ਕਰ ਲਿਆ ਆਪਾਂ ਨੇ। ਮਾਇਆ ਦਾ ਰਸਤਾ, ਝੂਠ, ਇਹ ਦੁਨੀਆ ਫੈਬਰੀਕੇਟਡ ਆ, ਇਹ ਸਾਰੇ ਫੈਬਰੀਕੇਟਡ ਆ, ਸਾਰਾ ਕੁਝ ਖੇਡ ਹੈਗੀ। ਉਹ ਵੀ ਸਾਰੇ ਜਿਹੜੇ ਹੈਗੇ ਯਾਤਰਾ 'ਤੇ ਹੈਗੇ। ਇਹ ਸੁਖਵਿੰਦਰ ਜੀ ਆਪਣਾ ਜਿਹੜਾ ਹੱਥ ਜਿਹੜਾ ਨਿਸ਼ਾਨ ਪਾਇਆ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਾਂ ਬੰਦ ਕਰ ਦਿਓ ਉਹਨੂੰ? ਸੁਖਵਿੰਦਰ ਥੱਲੇ ਹੈਗੇ ਪੰਜੇ, ਦੇਖੋ 4-5 ਸਵਿੱਚ ਹੈਗੇ ਥੱਲੇ, ਉਹਨਾਂ ਤੋਂ ਜਿਹੜਾ ਹੈਗਾ ਚੌਥਾ ਪੰਜੇ ਦਾ ਨਿਸ਼ਾਨ ਹੈ, ਉਹਨੂੰ ਦਬਾ ਦਿਓ ਤੇ ਬੰਦ ਹੋ ਜਾਏਗਾ। ਚਲੋ ਕਿਹੜੇ ਸੁਖਵਿੰਦਰ ਕੋ ਹੋਰ ਹੋਣੇ ਆ ਨਾ? ਹਾਂਜੀ, ਹੋਰ ਕੋਈ ਸੁਖਵਿੰਦਰ ਹੈ ਮੈਂ ਦੱਸ ਦਿੰਦਾ ਜੀ ਪਲੀਜ਼। ਦੇਖੋ ਮੈਂ ਇਹ ਨਾ ਫਿਰ ਮੈਨੂੰ ਨਾ ਰਿਫਲੈਕਸ਼ਨ ਦਿੰਦਾ ਹੈ, ਕਿਉਂ ਉਹ ਵਾਈਟ ਆ ਜਾਂਦਾ, ਮੈਨੂੰ ਫਿਰ ਐਡਮਿਟ ਕਰਨੇ ਪੈਂਦੇ ਆ। ਇਹ ਸੁਖਵਿੰਦਰ ਸੰਧੂ, ਮੇਰੇ ਖਿਆਲ ਸੁਖਵਿੰਦਰ ਸੰਧੂ ਹੈ ਜਾਂ ਸੁਖਵਿੰਦਰ ਸਿੰਘ ਤਾਂ ਤੁਸੀਂ ਹੈਗੇ ਹੋ, ਦੋ ਹੀ ਸੁਖਵਿੰਦਰ ਹੈਗੇ ਭਾਈ। ਸੰਧੂ ਦੀ ਗੱਲ ਹੋ ਰਹੀ ਹੈ। ਹਾਂਜੀ ਹੋ ਗਿਆ ਜੀ ਬੰਦ, ਬਹੁਤ ਵਧੀਆ। ਆਪਾਂ ਸੀਗੇ, ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ। ਦੇਖ ਲਓ ਗਾਹਾਂ ਡੈਸਟੀਨੇਸ਼ਨ ਕੀ ਹੈ ਆਪਣਾ।
ਗੁਰੂ ਤੋਂ ਬੇਮੁਖ ਨਹੀਂ ਹੋਣਾ ਪਾਏ, ਪਰਮਾਤਮਾ ਨੂੰ ਨਹੀਂ ਵਿਸਾਰਨਾ, ਇਹ ਵਿਚਾਰਾਂ ਨੂੰ ਵਿਸਾਰ ਦੇਣਾ ਹੈ ਆਪਾਂ ਨੇ। ਫਿਰ ਅੱਗੇ ਕਹ ਰਹੇ ਜਿਤ ਕੋ ਲਾਇਆ ਤਿਥ ਹੀ ਲਾਗਾ ਤੈਸੋ ਹੀ ਵਰਤਾਰਾ। ਕਹਿੰਦੇ ਬਸ ਆਪਸ਼ਨ ਹੈਗੇ ਦੋ, ਇੱਕ ਮਾਇਆ ਹੈ, ਆਕਾਰ ਹੈ, ਦੁਨੀਆ ਹੈਗੀ। ਕਹਿੰਦੇ ਬਸ ਇੱਕ ਜਿਹੜਾ ਹੈਗਾ ਪਰਮਾਤਮਾ ਦਾ ਰਸਤਾ ਹੈਗਾ। ਫਿਰ ਮਾਲਕਾ ਜਿਹੜਾ ਮਾਇਆ ਇੰਨੀ ਤੂੰ ਸਟਰੋਂਗ ਬਣਾਈ ਹੈ, ਉਹ ਮਾਇਆ ਜਿਹੜੀ ਹੈਗੀ ਪ੍ਰਬਲ ਹੋ ਜਾਂਦੀ ਹੈ। ਉਹਨਾਂ ਵਿਚਾਰਿਆਂ ਦਾ ਕੋਈ ਜਿਹੜਾ ਹੈਗਾ ਉਹਨਾਂ ਦਾ ਵੀ ਕੋਈ ਦੋਸ਼ ਨਹੀਂ ਹੈ, ਉਹ ਜਿਹੜੇ ਹੈਗੇ ਆਪਣੇ ਮਨ ਤੋਂ ਮਜਬੂਰ ਹੋ ਜਾਂਦੇ ਆ। ਜਿਤ ਕੋ ਲਾਇਆ ਤਿਥ ਹੀ ਲਾਗਾ ਤੈਸੋ ਹੀ ਵਰਤਾਰਾ, ਨਾਨਕ ਸ਼ਹਿ ਪਕਰੀ ਸੰਤਨ ਕੀ ਹਿਰਦੇ ਮਗਨ ਪਾਏ ਚਰਨਾਰਾ। ਹਿਰਦੇ ਪਾਏ ਮਗਨ ਚਰਨਾਰਾ। ਕਹਿੰਦੇ ਪਾਏ ਮਹਾਰਾਜ ਕਹਿੰਦੇ ਮੈਂ ਨਾ ਦੋਨੋਂ ਰਸਤਿਆਂ ਦੇ ਵਿੱਚੋਂ ਨਾ ਮੈਂ ਗੁਰੂ ਵਾਲਾ ਰਸਤਾ ਚੂਜ਼ ਕਰ ਲਿਆ, ਮੈਂ ਸੰਤਾਂ ਦਾ ਰਸਤਾ ਚੂਜ਼ ਕਰ ਲਿਆ, ਮੈਂ ਬ੍ਰਹਮ ਗਿਆਨੀਆਂ ਦਾ ਰਸਤਾ ਚੂਜ਼ ਕਰ ਲਿਆ। ਪਰਸਨਲੀ ਮੈਂ ਤਾਂ ਆ ਕੀਤਾ ਹੈ ਭਾਈ, ਅੱਗੇ ਤੁਹਾਡੀ ਮਰਜ਼ੀ ਹੈ। ਮਾਇਆ ਜਿਹੀ ਜੀ ਮਾਇਆ ਹੈਗੀ ਮਾਲਕ ਜਾਣਦਾ ਹੈ ਭਾਈ। ਮੈਂ ਤਾਂ ਆ ਰਸਤਾ ਚੂਜ਼ ਕਰ ਲਿਆ। ਨਾਨਕ ਸਹਿ ਪਕਰੀ ਸੰਤਨ ਕੀ ਹਿਰਦੇ ਭਏ ਮਗਨ ਚਰਨਾਰਾ। ਮਹਾਰਾਜ ਪਰਸਨਲ ਕਹਿੰਦੇ ਮੈਂ ਤਾਂ ਆ ਰਸਤਾ ਚੂਜ਼ ਕਰ ਲਿਆ। ਇਸ ਤੋਂ ਅੱਗੇ ਹੁਣ ਸ਼ਬਦ ਵੀਰ ਜੀ ਜਿਹੜਾ ਮੈਂ ਨਾ ਪਰਸਨਲ ਐਕਸਪੀਰੀਅੰਸ ਮੈਨੂੰ ਹੁਣੇ ਇਹ ਵਿਚਾਰ ਹੀ ਹੁੰਦੇ ਨੇ ਆ ਜਾਂਦੇ ਬੈਠੇ ਬੈਠੇ। ਇਹ ਜਿਹੜਾ ਵਿਚਾਰਾਂ ਨੂੰ ਆਪਾਂ ਕਹਿੰਦੇ ਜੀ ਵਿਚਾਰਾਂ ਨੂੰ ਦੇਖੋ, ਵਿਚਾਰਾਂ ਨੂੰ ਛੱਡੋ, ਵੀ ਇਹਨਾਂ ਨਾਲ ਲੜੇ ਤੋਂ ਛੱਡਣੇ ਨਹੀਂ। ਜਿਵੇਂ ਆਪਾਂ ਘਰ ਦੇ ਗੇਟ ਦੇ ਬਾਹਰ ਕੋਈ ਸਿਕਿਉਰਿਟੀ ਗਾਰਡ ਨਹੀਂ ਬਿਠਾਇਆ ਹੁੰਦਾ, ਓਦਾਂ ਅਸੀਂ ਸਿਕਿਉਰਿਟੀ ਗਾਰਡ ਬਣ ਕੇ ਬੈਠ ਕੇ ਦੇਖਣਾ ਵੀ ਵੀ ਤੂੰ ਹੁਣ ਕਿਹੜਾ ਆਉਂਦਾ ਆਈ ਜਾਣ ਦੋ, ਦੇਖੋ ਉਹਨੂੰ। ਤੁਸੀਂ ਉਹਤੇ ਨਿਗਰਾਨੀ ਕਰਾਂਗੇ ਨਾ, ਧਿਆਨ ਉਹੀ ਹੈ। ਉਹਦੀ ਨਿਗਰਾਨੀ ਜਦੋਂ ਹੋ ਗਈ ਨਾ ਜੀ, ਅਸੀਂ ਅਲੱਗ ਹੋ ਗਏ ਜਦੋਂ ਉਤੋਂ ਕਿ ਵੀ ਮੈਂ ਨਹੀਂ ਇਹਦੇ ਨਾਲ ਇਨਵੋਲਵਡ, ਉਹਦੇ ਨਾਲ ਕੁੰਡੀ ਨਹੀਂ ਪਾਣੀ, ਨਹੀਂ ਆਪ ਦੇਖੀ ਚੱਲੋ, ਨਹੀਂ ਚਲੇ ਜਾਂਦਾ। ਮੇਰੀ ਗੱਲ ਸੁਣੋ, ਆਪਾਂ ਨੇ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਧੁਨ ਸੁਣ ਰਹੇ ਹਾਂ, ਆਪਾਂ ਉਹਦੀ ਧੁਨ ਸੁਣ ਰਹੇ ਹਾਂ। ਤੇ ਫਿਰ ਜਿਹੜਾ ਮਾਇਆ ਨੇ ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਹਟਾਉਣਾ ਹੈ, ਕਿਉਂਕਿ ਇਹ ਕੰਪੀਟੀਸ਼ਨ ਹੈ, ਗੇਮ ਹੈਗੀ, ਇਹ ਜਿਹੜਾ ਮੈਚ ਹੈਗਾ ਮਾਇਆ। ਬਿਲਕੁਲ ਠੀਕ ਹੈ। ਮੈਂ ਵੈਸੇ ਜਸਟ ਸੰਗਤ ਵਾਸਤੇ ਥੋੜਾ ਜਿਹਾ ਮੈਂ ਨਹੀਂ ਉਹਨੂੰ ਆਪਣੇ ਆਪ ਨੂੰ ਅਲੱਗ ਕਰਕੇ ਦੇਖੋ, ਫਿਰ ਬੜਾ ਆਨੰਦ ਆਊਗਾ। ਤੁਸੀਂ ਉਹ ਛੁੱਟ ਜਾਣਗੇ, ਆਪੇ ਚਲੇ ਜਾਂਦੇ ਆ। ਹਾਂਜੀ ਉਹੀ ਗੱਲ ਮੈਂ ਥੋੜ੍ਹਾ ਜਿਹਾ ਉਹਨੂੰ ਥੋੜ੍ਹਾ ਜਿਹਾ ਹੋਰ ਵਿਚਾਰ ਕਰ ਰਹੇ ਹਾਂ ਆਪਾਂ। ਜਿਹੜਾ ਹੈਗਾ ਜਦ ਆਪਣਾ ਧਿਆਨ ਇਸ ਪਾਸੇ, ਫਿਰ ਜਿਹੜਾ ਹੈਗਾ ਮਾਇਆ ਨੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਵਿਚਾਰ ਦੇਣਾ ਹੈ ਅਤੇ ਆਪਣੇ ਪਟਲ ਦੇ ਉੱਤੇ ਆਉਣਾ ਹੈ। ਆਪਣੇ ਜਿਹੜਾ ਹੈਗਾ ਆਪਣੇ ਧਿਆਨ ਦੇ ਵਿੱਚ ਉਹ ਵਿਚਾਰ ਆ ਜਾਣਾ ਹੈ। ਅਤੇ ਆਪਾਂ ਨੇ ਕੀ ਕਰਨਾ ਹੈ, ਫਿਰ ਆਪਾਂ ਨੇ ਉਹ ਜਿੱਧਰ ਧਿਆਨ ਲਾਇਆ ਸੀ ਉੱਧਰ ਧਿਆਨ ਲਾ ਲਿਆ। ਆਪਾਂ ਨੇ ਦੇਖਿਆ ਅਤੇ ਦੇਖ ਕੇ ਛੱਡ ਦਿੱਤਾ। ਜਿਸ ਤਰ੍ਹਾਂ ਕੋਈ ਦੁਨੀਆ ਦੇ ਵਿੱਚ ਜਾ ਰਿਹਾ ਆ ਰਿਹਾ, ਦੁਨੀਆ ਜਾ ਰਹੀ, ਲੋਕ ਇੰਨੇ ਆ ਰਹੇ ਜਾ ਰਹੇ, ਕੋਈ ਆਇਆ ਦੇਖਿਆ ਮਾੜੀ ਜਿਹੀ ਨਿਗਾਹ ਪਈ, ਛੱਡ ਦਿੱਤਾ ਉਹਦਾ। ਬਸ ਆਪਾਂ ਆਪਣੇ ਕੰਮ 'ਚ ਲੱਗ ਗਏ। ਬਸ ਇਹ ਗੱਲ ਹੈ, ਆਹ ਗੱਲ ਹੈਗੀ ਭਾਈ। ਜੇ ਆਪਾਂ ਕਹੀਏ ਵਿਚਾਰ ਜਿਹੜਾ ਮੈਂ ਤਾਂ ਬੈਠਾ ਹਾਂ ਜੀ ਦੇਖ ਰਿਹਾ ਕਿਹੜਾ ਵਿਚਾਰ ਆਉਂਦਾ, ਫਿਰ ਤਾਂ ਆਪਾਂ ਵਿਚਾਰ ਨਹੀਂ ਦੇਖਦੇ ਰਹਿ ਜਾਵਾਂਗੇ। ਉਹ ਤਾਂ ਲੜਾਈ ਹੋ ਗਈ, ਫਿਰ ਉਹ ਨਹੀਂ ਕੰਮ ਹੋ ਸਕਦਾ। ਹਾਂ ਫਿਰ ਨਹੀਂ ਹੋ ਸਕਦਾ, ਵਿਚਾਰਾਂ ਨਾਲ ਲੜ ਕੇ ਤਾਂ ਨਿਕਲ ਹੀ ਨਹੀਂ ਸਕਦੇ ਇਸ ਚੋਂ। ਹਾਂਜੀ ਬਸ ਆਪਾਂ ਹੁਣ ਜਿਹੜੇ ਹੈਗੇ ਭਾਈ ਇਸ ਤੋਂ ਅੱਗੇ ਆਹ ਸ਼ਬਦ ਆਇਆ, ਦੇਖ ਲਓ। ਇਹ ਸਾਰਾ ਦੇ ਸਾਰੇ ਦੇਖੋ, ਹੁਣ ਮੈਂ ਪੂਰਾ ਸਮਰਾਈਜ਼ ਕੀਤੀ ਹੈ ਯਾਤਰਾ। ਦੇਖੋ ਕਿਵੇਂ ਇੱਕ ਤੋਂ ਇੱਕ ਸ਼ਬਦ ਲੱਗੇ ਹੋਏ ਆ। ਆਖਰੀ ਦੇ ਵਿੱਚ ਮਹਾਰਾਜ ਨੇ ਦੋਨੋਂ ਆਪਸ਼ਨ ਦਿੱਤੇ ਸੀ, ਫਿਰ ਦੱਸਿਆ ਸੀ ਮੈਂ ਤਾਂ ਆਹ ਰਸਤਾ ਫੜਿਆ। ਹੁਣ ਮਹਾਰਾਜ ਫਿਰ ਜਿਹੜੇ ਹੈਗੇ ਅੱਗੇ ਆਹ ਦੱਸ ਰਹੇ ਭਾਈ, ਕਹਿੰਦੇ ਕਿ ਭਾਈ ਦੇਖੋ ਸੋਠ ਮਹੱਲਾ ਪੰਜਵਾਂ, ਰਾਜਨ ਮੈਂ ਰਾਜਾ ਉਰਝਾਇਓ ਮਾਨਨ ਮੈਂ ਅਭਿਮਾਨੀ। ਕਹਿੰਦੇ ਮਾਇਆ ਇੰਨੀ ਸਟਰੋਂਗ ਆ ਭਾਈ, ਪਿਛਲੇ ਸੰਸਕਾਰ ਹੈਗੇ ਆ, ਅਗਲਾ ਕੀ ਕਰ ਸਕਦਾ ਹੈ। ਜਿਹੜਾ ਰਾਜਾ ਹੈਗਾ ਉਹ ਆਪਣੇ ਰਾਜਪਾਟ ਦੇ ਉਹਦੇ ਵਿੱਚ ਉਰਝਾਇਆ ਪਿਆ ਆ। ਉਹਨੇ ਰਾਜਪਾਟ ਦੇ ਸਹਾਰੇ ਜਿਹੜਾ ਹੈਗਾ ਉਹਦੇ ਕੋਲ ਇੰਨੀ ਪਾਵਰ ਹੈਗਾ, ਇੰਨੀ ਮਾਇਆ ਹੈਗੀ, ਉਹਨੇ ਉਹਦੇ ਵਿੱਚ ਹੀ ਉਲਝਣਾ ਹੈ, ਕਿਉਂਕਿ ਉਹਦੇ ਕੋਲ ਉਹ ਉਸ ਜਗ੍ਹਾ 'ਤੇ ਲੱਗਿਆ, ਉਹਦੇ ਕੋਲ ਉਹ ਸਾਰੀ ਫੀਲਡ ਬਣੀ ਹੋਈ ਆ ਉਹਦੀ। ਮਾਨਨ ਮੈਂ ਅਭਿਮਾਨੀ, ਜਿਹੜਾ ਅਭਿਮਾਨੀ ਹੈਗਾ ਉਹਨੇ ਆਪਣੀ ਮਾਨ ਮਰਿਆਦਾ ਜਿਹੜਾ ਮੇਰੀ ਲੋਕੀ ਵਾਹ ਕਰਨ, ਉਹਨੇ ਉਹਦੇ ਵਿੱਚ ਉਲਝਾਉਣਾ ਹੈ। ਜਿਹਨੇ ਜਿਹੜਾ ਆ ਕੇ ਜਿਹੜਾ ਹੈਗਾ ਜੀ ਹਜ਼ੂਰੀ ਕਰਤੀ ਖੁਸ਼ ਹੋ ਗਿਆ, ਜਿਹਨੇ ਕੁਛ ਜਿਹੜਾ ਹੈਗਾ ਖਰੀ ਗੱਲ ਕਰਤੀ ਉਸ 'ਤੇ ਔਖਾ ਹੋ ਗਿਆ। ਲੋਭਨ ਮੈਂ ਲੋਭੀ ਲੋਭਾਇਓ ਤਿਉਂ ਹਰ ਰੰਗ ਰਚੇ ਗਿਆਨੀ। ਕਹਿੰਦੇ ਲੋਭ ਦੇ ਵਿੱਚ ਲੋਭੀ ਲੱਗਿਆ, ਉਹਨੇ ਧਨ ਦੌਲਤ ਇਕੱਠੀ ਕਰਨੀ ਹੈ, ਉਹਨੇ ਤਾਂ ਫੱਟ ਦੇਣੀ, ਜਿਹੜੇ ਕੰਨ ਉੱਧਰ ਨੂੰ ਜਾਣੇ ਜਿੱਧਰ ਕੋਈ ਪੈਸੇ ਬਚਦੇ ਹੋਣ। ਆਖਰੀ ਲਾਈਨ ਦੇ ਵਿੱਚ ਮਹਾਰਾਜ ਦੱਸ ਰਹੇ ਭਾਈ, ਇਸੇ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਦੁਨੀਆ ਦੇ ਵਿਚਾਰ ਚੰਗੇ ਲੱਗਦੇ ਆ, ਉਸੇ ਤਰ੍ਹਾਂ ਜਿਹੜੇ ਇਸ ਰਸਤੇ ਭਗਤੀ ਮਾਰਗ 'ਤੇ ਚੱਲ ਰਹੇ ਆ, ਪਰਮਾਤਮਾ ਦੀ ਬੰਦਗੀ ਕਰ ਰਹੇ ਆ, ਉਹਨਾਂ ਨੂੰ ਪਰਮਾਤਮਾ ਦੀ ਗੱਲ ਚੰਗੀ ਲੱਗਦੀ ਹੈ। ਪਰਮਾਤਮਾ ਦੇ ਨਾਲ ਜੁੜਨਾ ਹੀ ਚੰਗਾ ਲੱਗਦਾ ਹੈ। ਲੋਭਨ ਮੈਂ ਲੋਭੀ ਲੋਭਾਇਓ
ਤਿਉ ਹਰ ਰੰਗ ਰਚੇ ਗਿਆਨੀ। ਜਿਹਨੂੰ ਗਿਆਨ ਹੋ ਗਿਆ ਹੈ ਉਹਨੇ ਪਰਮਾਤਮਾ ਦੀ ਗੱਲ ਪਰਮਾਤਮਾ ਦੇ ਰੰਗ ਦੇ ਵਿੱਚ ਹੀ ਰਚੇ ਜਾਣਾ ਹੈ। ਉਹਨੂੰ ਉਹੀ ਚੰਗਾ ਲੱਗਣਾ ਹੈ। राजन में राजा और जायो, मानन में अभिमानी, लोभन में लोभी लोभायो, त्यों हर रंग रचे ज्ञानी। हर जन को यही सुहाव है। भगती करन वाले नूं आही चीज सोहनी लगदी चंगी लगदी आ। उन्हें मुड़ केड़ के उसे गल ते आ जाना है। उन्हें रब दी ही गल सुननी, रब दी गल दे विच ही उन्हें इंटरस्ट आउणा है। हर जन को यही सुहाव है, आही चंगा लगता है। सुहाव है मतलब सोहना लगता है, चंगा लगता है। कि पेख निकट कर सेवा सतगुर, हर कीर्तने ही तृप्तावै। वो तो मालक परमात्मा नूं नेड़े देखता है और सेवा गुरु दी सेवा करता है। गुरु दी सेवा की है? गुरु दी गल मान के गुरु नूं जिहड़ा हैगा गुरु दी गल विचार करके मालक नूं नेड़े देखता है। हर कीर्तने ही तृप्तावे। परमात्मा दे नाल जिहड़ा हैगा ध्यान सिमरन जिहड़ा हैगा जद ਉਹਦੇ ਵਿੱਚ ਜਿਹੜਾ ਹੈਗਾ ਰਸ ਆ ਜਾਂਦਾ ਹੈ ਉਹਨੂੰ ਕੀਰਤਨ ਕਹਿ ਦਿੰਦੇ ਆ। ਕਹਿੰਦੇ ਇਹਦੇ ਵਿੱਚ ਉਹਨੂੰ ਤਾਂ ਐਸ ਚ ਰਸ ਆਉਂਦਾ ਹੈ, ਇਹਦੇ ਨਾਲ ਹੀ ਤ੍ਰਿਪਤੀ ਆਉਂਦੀ ਹੈ ਉਹਨੂੰ। ਰਹਾਓ ਕਿਹੜਾ ਕੀਰਤਨ? ਦੇਖੋ ਕਲਯੁਗ में कीर्तन प्रधाना। ਅੱਗੇ ਦੱਸ ਰਿਹਾ ਕਿਹੜਾ? ਗੁਰਮੁਖ ਜਪੀਏ ਲਾਏ ਧਿਆਨਾ। ਬਸ ਜਪਣਾ, ਧਿਆਨ ਲੱਗ ਜਾਏ ਜਦ ਤੱਕ ਜਪਣਾ। ਆਹ ਕੀਰਤਨ ਉਹਨੂੰ ਇਹ ਕੀਰਤਨ ਦੇ ਵਿੱਚ ਰੁਚੀ ਆਉਂਦੀ ਹੈ, ਇਹਦੇ ਨਾਲ ਤ੍ਰਿਪਤੀ ਆਉਂਦੀ ਹੈ। ਰਹਾਓ ਅਮਲਨ ਸਿਓ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਕਹਿੰਦੇ ਅਮਲੀ ਜਿਹੜੇ ਅਮਲ ਦੇ ਵਿੱਚ ਆ ਉਹਨਾਂ ਨੂੰ ਅਮਲ ਨਾਲ ਮਤਲਬ ਆ। ਭੁੱਖੇ ਨੂੰ ਜਿਹੜਾ ਹੈਗਾ ਉਹਨੂੰ ਕਿਹਾ ਕਿ 2 ਤੇ 2 4 ਕਹਿੰਦਾ 4 ਰੋਟੀਆਂ। ਹਰੇਕ ਬੰਦਾ ਜਿੱਥੇ ਲੱਗਿਆ ਆ ਉਹਨੂੰ ਉਹ ਚੀਜ਼ ਚੰਗੀ ਲੱਗਣੀ ਹੈ। ਕਿ ਇਹੀ ਤਾਂ ਖੇਡ ਆ ਮਾਲਕ ਪਰਮਾਤਮਾ ਦੀ। ਇਹਦੇ ਵਿੱਚੋਂ ਜਿਹੜਾ ਹੈਗਾ ਇਹ ਆਪਾਂ ਜਿਹੜੇ ਆ ਪਰਮਾਤਮਾ ਦਾ ਰਸਤਾ ਚੂਜ਼ ਕਰਨਾ ਹੈ, ਗੁਰੂ ਦੀ ਗੱਲ ਮੰਨਣੀ। ਅਮਲਨ ਸਿਓ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਭੂਮੀਆਂ ਨੂੰ ਕਹਿੰਦੇ ਆ ਭੂਮੀ ਚੰਗੀ ਲੱਗਦੀ ਆ ਭਾਈ। ਜਿਹੜੇ ਜ਼ਮੀਨਦਾਰ ਹੁੰਦੇ ਆ ਉਹਨਾਂ ਨੂੰ ਆਪਣਾ ਮਜਾ ਲਿਆ ਕੋਈ ਮਾੜੀ ਜਿਹੀ ਬੱਟ ਦੇ ਪਿੱਛੇ ਤੇ ਜਾਨਾਂ ਚਲੇ ਜਾਂਦੀਆਂ, ਕਿਰਪਾਨਾਂ ਚੱਲ ਪੈਂਦੀਆਂ ਔਰ ਵੱਟ ਘੜਨੋਂ ਜੱਟ ਹਟਦੇ ਨਹੀਂ ਹੈ। ਇਸ ਤਰ੍ਹਾਂ ਕਿਰਪਾਨ ਵਾਂਗੂ ਵੱਟ ਬਣਾ ਲੈਂਦੇ ਆ, ਮਾੜੀ ਜੀ ਵੱਟ ਬਣਾ ਲੈਂਗੇ। ਇੱਧਰੋਂ ਘੜੋ ਉਹ ਉੱਧਰੋਂ ਘੜੀ ਜਾਂਦਾ, ਇੱਧਰੋਂ ਘੜੀ ਜਾਂਦੇ। ਫਿਰ ਇੱਟਾਂ ਲਾ ਦਿੰਦੇ ਆ ਵਿੱਚ, ਜਿਹੜਾ ਫਿਰ ਕੋਈ ਸੀਮੈਂਟ ਦੇ ਲਾ ਲੈਂਦੇ ਆ। ਜ਼ਿਆਦਾ ਲੜਾਈ ਹੁੰਦੀ ਆ ਤੇ ਆ ਕੇ ਜਿਹੜਾ ਪਟਵਾਰੀ ਵਗੈਰਾ ਆ ਕੇ ਜਿਹੜੇ ਆ ਸੀਮੈਂਟ ਤੇ ਲਾ ਦਿੰਦੇ ਆ ਭਾਈ। ਅਮਲਨ ਸਿਓ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਜਿਵੇਂ ਬੱਚਾ ਦੁੱਧ ਦੇ ਨਾਲ ਆ, ਕਿਵੇਂ ਬਿਲਕਦਾ ਹੈ ਦੁੱਧ ਦੇ ਵਾਸਤੇ। ਐਸੇ ਤਰੀਕੇ ਦੇ ਨਾਲ ਜਿਹੜੇ ਸਾਧੂ ਸੰਤ ਹੈਗੇ ਉਹਨਾਂ ਨੂੰ ਪਰਮਾਤਮਾ ਦੀ ਭਗਤੀ ਦੇ ਨਾਲ ਪਿਆਰ ਹੁੰਦਾ ਹੈ, ਪਰਮਾਤਮਾ ਦੇ ਨਾਲ ਪਿਆਰ ਹੁੰਦਾ ਹੈ। ਪ੍ਰਭ ਸੰਤ ਐਸੇ ਹਿਤਕਾਰੀ। ਪ੍ਰਭੂ ਸੰਤਾਂ ਨੂੰ ਇਸ ਤਰ੍ਹਾਂ ਚੰਗਾ ਲੱਗਦਾ ਹੈ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੇਂ। ਜਿਹੜੇ ਗਿਆਨ ਜਿਨ੍ਹਾਂ ਨੇ ਲੈਣਾ ਹੈ, ਵਿਦਿਆ ਲੈਣੀ ਹੈ, ਉਹਨਾਂ ਨੂੰ ਉਹ ਵਿਦਿਆ ਗਿਆਨ ਚੰਗਾ ਲੱਗਦਾ। ਉਹ ਗਿਆਨ ਦੇ ਨਾਲ ਹੀ ਉਹ ਅੱਖਾਂ ਦੇ ਨਾਲ ਗਿਆਨ ਲੈਂਦੇ ਆ ਅਤੇ ਵੱਡੇ ਵੱਡੇ ਗ੍ਰੰਥ ਲੈਂਦੇ ਆ, ਉਹਦੇ ਨਾਲ ਉਹਨਾਂ ਨੂੰ ਸੁੱਖ ਮਿਲਦਾ ਹੈ। ਜੈਸੇ ਰਸਨਾ ਸਾ ਦਿਲਬਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਜਿਵੇਂ ਕਹਿੰਦੇ ਜੀਵ ਜਿਹੜੀ ਹੈ ਸਵਾਦ ਚਾਹੁੰਦੀ ਹੈ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ। ਢਿੱਡ ਭਰਿਆ ਪਿਆ ਫਿਰ ਵੀ ਜਿਹੜਾ ਹੈਗਾ ਕੋਈ ਦੇਖੀ ਚੀਜ਼ ਫਿਰ ਆਹ ਵੀ ਦੇ ਦਿਓ ਜੀ, ਆਹ ਵੀ ਦੇ ਦਿਓ ਜੀ। ਜੈਸੇ ਰਸਨਾ ਸਾ ਦਿਲਬਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਇਸ ਤਰੀਕੇ ਦੇ ਨਾਲ ਭਾਈ ਪਰਮੇਸ਼ਰ ਦਾ ਭਗਤ ਜਿਹੜਾ ਹੁੰਦਾ ਹੈ, ਹਰੀ ਦਾ ਜਨ ਹੁੰਦਾ ਹੈ, ਇੰਨਾ ਉਹਨੂੰ ਜਿਹੜਾ ਹੈਗਾ ਇਹ ਭਗਤੀ ਚੰਗੀ ਲੱਗਦੀ ਆ। ਇੰਨੀ ਉਹਨੂੰ ਭਗਤੀ ਚੰਗੀ ਲੱਗਦੀ ਹੈ। ਸੌਂਦੇ ਜਾਗਦੇ ਉੱਠਦੇ ਬੈਠਦੇ ਐਸੇ ਪਾਸੇ ਧਿਆਨ ਰਹਿੰਦਾ ਹੈ। ਜੈਸੇ ਰਸਨਾ ਸਾ ਦਿਲਬਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਗਾਉਂਦੇ ਆ ਬਥੇਰੇ ਆ ਜਨ। ਪਾਵੇਂ ਉੱਪਰ ਲਿਖਿਆ ਸਾਰਾ ਪਲੂਰਲ ਹੈਗਾ। ਨੈਣ ਦੇਖ ਸੁਖ ਪਾਵੇਂ। ਵਿਦਿਆ ਮੈਂ ਵਿਦਿਅੰਸੀ ਰਚਿਆ, ਬਹੁਤ ਸਾਰੇ ਹੈਗੇ ਵਿਦਿਅੰਸੀ। ਨੈਣ ਦੇਖ ਸੁਖ ਪਾਵੇਂ, ਜੈਸੇ ਰਸਨਾ ਸਾ ਦਿਲਬਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਅੱਗੇ ਨੁਕਤੇ ਦੀ ਗੱਲ ਆ ਰਹੀ ਹੈ ਭਾਈ।
ਇਹ ਫੜ ਲਈ ਤੇ ਵਧੀਆ, ਨਹੀਂ ਫੜੀ ਤੇ ਤਾਂ ਵੀ ਮਹਾਰਾਜ ਜਾਣਦੇ ਆ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਮਾਲਕ ਸਾਰਿਆਂ ਦਾ ਹੈਗਾ, ਕਿਸੇ ਪਿਓ ਦੀ ਜਾਗੀਰ ਨਹੀਂ ਹੈਗੀ, ਕਿਸੇ ਖਾਸ ਦਾ ਨਹੀਂ ਹੈਗਾ, ਸਾਰਿਆਂ ਦਾ ਹੈਗਾ। ਔਰ ਇੱਕ ਰੂਲ ਆ ਮਾਲਕ ਪਰਮਾਤਮਾ ਦਾ, ਕਹਿੰਦਾ ਜੋ ਤੇਰੇ ਅੰਦਰੋਂ ਡਿਮਾਂਡ ਆਊਗੀ ਮੈਂ ਤੇਰੀ ਉਹ ਡਿਮਾਂਡ ਪੂਰੀ ਕਰੂੰਗਾ। ਜਿਹੀ ਜੀ ਤੈਨੂੰ ਭੁੱਖ ਹੋਊਗੀ ਉਸ ਤੇਰੀ ਭੁੱਖ ਨੂੰ ਫੜ ਲਾਉਣੇ ਆ। ਬਸ ਤੇਰੀ ਡਿਮਾਂਡ ਮੈਨੂੰ ਪਤਾ ਲੱਗ ਜਾਣੀ ਆ, ਤੇਰੀ ਅੰਦਰੋਂ ਡਿਮਾਂਡ ਕੀ ਹੈਗੀ। ਮੂੰਹ ਦੀ ਗੱਲ ਮੈਂ ਨਹੀਂ ਮੰਨਦਾ, ਮੈਂ ਅੰਦਰ ਦੀ ਡਿਮਾਂਡ ਦੇਖਣੀ ਹੈ ਤੇਰੀ। ਜੈਸੀ ਭੂਖ ਤੈਸੀ ਕਾ ਪੂਰਕ। ਦੇਖ ਲਓ ਭਾਈ, ਉਹ ਮਾਲਕ ਕਹਿੰਦਾ ਤੂੰ ਮੇਰਾ ਬੱਚਾ ਹੈਗਾ, ਸਾਰੇ ਮੇਰੇ ਬੱਚੇ ਹੈਗੇ, ਜੋ ਮੰਗਦੇ ਆ ਬੱਚੇ ਮੈਂ ਉਹ ਦਿੰਦਾ ਹੈ। ਬਸ ਜੋ ਉਹਨਾਂ ਦੀ ਅੰਦਰੋਂ ਡਿਮਾਂਡ ਹੁੰਦੀ ਹੈ। ਦੇਖ ਲਾ, ਡਿਮਾਂਡ ਸਹੀ ਕਰ ਲਾ, ਆਪਣੀ ਅੰਦਰੋਂ ਸਹੀ ਕਰ ਲਾ ਡਿਮਾਂਡ। ਆਹ ਨੁਕਤਾ ਬਹੁਤ ਕੀਮਤੀ ਹੈ ਜੀ ਸਾਧ ਸੰਗਤ ਜੀ, ਇਹਨੂੰ ਫੜ ਲਓ ਭਾਈ। ਜੈਸੀ ਭੂਖ ਤੈਸੀ ਕਾ ਪੂਰਕ, ਜੈਸੀ ਭੂਖ ਤੈਸੀ ਕਾ ਪੂਰਕ, ਜੈਸੀ ਭੂਖ ਤੈਸੀ ਕਾ ਪੂਰਕ। ਸਗਲ ਘਟਾ ਕਾ ਸੁਆਮੀ। ਸਾਰਿਆਂ ਦੇ, ਹਰੇਕ ਘਟ ਦਾ, ਹਰੇਕ ਦਾ ਹੈ ਮਾਲਕ ਪਰਮਾਤਮਾ। ਉਹਨੇ ਹਰੇਕ ਦੀ ਇੱਛਾ ਪੂਰੀ ਕਰਨੀ। ਆਪਾਂ ਇੱਛਾ ਧਾਰੀ ਹੈਗੇ, ਜੋ ਡਿਮਾਂਡ ਕਰਾਂਗੇ ਅਗਲਾ ਜਨਮ ਉਸੇ ਟਾਈਪ ਦਾ ਮਿਲਣਾ ਹੈ ਆਪਾਂ ਨੂੰ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲਗੀ ਚਰਨ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਲਓ ਕਹਿੰਦੇ ਜਿਨ੍ਹਾਂ ਨੂੰ ਪਿਆਸ ਲੱਗ ਗਈ, ਮਹਾਰਾਜ ਕਹਿੰਦੇ ਆ ਨਾਨਕ ਪਿਆਸ ਲਗੀ ਦਰਸ਼ਨ ਕੀ। ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਲੱਗ ਗਈ ਤੇ ਮਾਲਕ ਨੇ ਅੰਦਰ ਖਾਤੇ ਪ੍ਰਗਟ ਹੋ ਜਾਣਾ ਹੈ। ਉਹ ਅੰਤਰਜਾਮੀ ਨੇ ਅੰਦਰ ਪ੍ਰਗਟ ਹੋ ਜਾਣਾ ਹੈ। ਨਾਨਕ ਪਿਆਸ ਲਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰਜਾਮੀ। ਅੱਜ ਹੀ ਟੋਟਲ ਜਿਹੜਾ ਹੈ ਨਾ, ਅੱਜ ਇਸ ਤਰ੍ਹਾਂ ਜਿਹੜਾ ਟੋਟਲ ਸਮਰਾਈਜ਼ ਵਿਚਾਰ ਆ ਰਿਹਾ, ਸਮਰਾਈਜ਼ ਜਿਹੜਾ ਹੈਗਾ ਸਾਰੇ ਦੇ ਸਾਰੇ ਸ਼ਬਦ ਆਪਾਂ ਨੇ ਸਾਰੀ ਲੜੀ ਲਈ। ਦੇਖੋ ਕਿੰਨਾ ਜਿਹੜਾ ਹੈਗਾ ਇਹਦੇ ਵਿੱਚ ਗਿਆਨ ਭਰਿਆ ਪਿਆ। ਜੀ ਪਿਤਾ ਕਿਰਪਾਲ ਆ ਗਿਆ ਦੀਨੀ, ਬਾਰਕ ਮੁਖ ਮੰਗੇ ਸੋ ਦੇਣਾ। ਹਾਂ, ਬਾਰਕ 10 ਪ੍ਰਭ ਚਾਹੈ, ਮਰੇ ਹਿਰਦੇ ਵਸੇ ਹਰ ਚਰਨਾ। ਹਾਂਜੀ, ਜੈਸੀ ਭੂਖ ਤੈਸੀ ਕਾ ਪੂਰਕ। ਹਾਂਜੀ, ਮਤਲਬ ਕਹਿਣ ਦਾ ਮਤਲਬ ਕਿ ਜਿੱਦਾਂ ਦੀ ਤੇਰੇ ਹਿਰਦੇ ਚ, ਕਿਉਂਕਿ ਪ੍ਰਮਾਤਮਾ ਦਾ ਤੇਰੇ ਹਿਰਦੇ ਚ ਬੈਠਾ ਆ, ਹਾਂ, ਜਿੱਦਾਂ ਦੇ ਤੇਰੇ ਅੰਦਰ ਮਤਲਬ ਤੇਰੇ ਭੁੱਖ ਆ, ਉਹ ਪ੍ਰਮਾਤਮਾ ਨੂੰ ਅੰਤਰਜਾਮੀ ਉਹ ਜਾਣਦਾ ਅੰਦਰਲੀ ਤੇਰੀ। ਉਹਨੇ ਉਹੀ ਦੇਣਾ ਹੈ ਜੋ ਤੂੰ ਮੰਗ ਰਿਹਾ ਹੈ ਅੰਦਰੋਂ। ਬਸ ਪਰ ਕਹਿਣ ਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵੈ। ਬਿਲਕੁਲ, ਜਿਸ ਤਰ੍ਹਾਂ ਦੀ ਤੇਰੀ ਜਿਸ ਤਰ੍ਹਾਂ ਦੀ ਤੇਰੀ ਡਿਮਾਂਡ ਹੈ ਉਹੀ ਦੇਣੀ ਹੈ ਉਹਨੇ। ਮਤਲਬ ਇਹ ਡਿਮਾਂਡ ਜਿਹੜੀ ਆ ਤੂੰ ਚੰਗੀ ਤਰ੍ਹਾਂ ਸੋਚ ਕੇ ਕਰ ਕਿ ਕਿਹੜੀ ਕਰ ਰਿਹਾ, ਕਿਉਂਕਿ ਜੇ ਤੂੰ ਮਾਇਆ ਦੀ ਕਰਦਾ ਤਾਂ ਤੂੰ ਉਲਝਣਾਂ ਚ ਫਸਦਾ। ਬਿਲਕੁਲ ਸਹੀ ਗੱਲ ਹੈ। ਇਹੀ ਤਾਂ ਗੱਲ ਆ। ਆਪਾਂ ਨੂੰ ਫੇਰ ਜਿਹੜਾ ਮਾਇਆ ਨੇ ਘੇਰ ਲੈਣਾ ਹੈ, ਦਮੜੀ ਛੱਡਣ ਨੂੰ ਜੀ ਨਹੀਂ ਕਰਨਾ ਆਪਣਾ। ਫੇਰ ਵੀ ਦੇਖ ਲਓ ਇੰਨੀ ਜ਼ਬਰਦਸਤ ਮਾਇਆ ਪਾਈ ਹੈ, ਗੱਲਾਂ ਨਾਲ ਭਾਵੇਂ ਜਿੰਨਾ ਮਰਜ਼ੀ ਗਿਆਨ ਆ ਜਾਏ, ਆਪਾਂ ਨੂੰ ਪ੍ਰੈਕਟੀਕਲੀ ਆਪਾਂ ਨੇ ਫੇਲ ਹੋ ਜਾਣਾ ਉਸ ਜਗ੍ਹਾ ਦੇ ਉੱਤੇ। ਉਸ ਜਗ੍ਹਾ ਤੇ ਤਾਂ ਇੱਕ ਅੰਤਕਾਲ ਜੋ ਲੜਕੇ ਸਿਮਰੈ, ਹਾਂ ਵਾਲਾ ਸਾਰਾ। ਹਾਂ, ਮਤਲਬ ਜੇ ਤੁਸੀਂ ਪਕਾਰ ਅੰਦਰੋਂ ਉਸ ਮਾਲਕ ਨੂੰ ਹੀ ਮਿਲਦੀ, ਕਹਿੰਦੇ ਨਹੀਂ ਕਿ ਤੂੰ ਆ ਗਿਆ ਤਾਂ ਸਭ ਕੁਝ ਆ ਜਾਂਦਾ। ਜੇ ਮਤਲਬ ਪਰਮਾਤਮਾ ਤੇਰੇ ਕੋਲ ਆ ਜਾਂਦਾ ਤਾਂ ਫਿਰ ਤਾਂ ਰਹਿ ਹੀ ਕੁਛ ਨਹੀਂ ਜਾਂਦਾ। ਬਿਲਕੁਲ, ਉੱਥੇ ਤਾਂ ਫਿਰ ਆਪਾਂ ਡਾਲਰ ਛੱਡਣਾ ਮੁਸ਼ਕਿਲ ਹੋ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ। ਐਸੀ ਹੈਗੀ ਭਾਈ, ਐਸੀ ਭੁੱਖ, ਆਪਣੀ ਭੁੱਖ ਉੱਧਰ ਅੰਦਰੋਂ ਉਹ ਭੁੱਖ ਹੁੰਦੀ ਹੈ। ਉਹ ਮਾਲਕ ਜਾਣਦਾ ਹੈ ਉਸ ਚੀਜ਼ ਨੂੰ। ਬਸ ਇੱਥੇ ਹੈਗੀ ਗੱਲ। ਸੋਠ ਅਗਲਾ ਸ਼ਬਦ ਦੇਖੋ, ਅਗਲਾ ਸ਼ਬਦ ਆ ਗਿਆ ਸੋਠ ਮਾਲਾ ਪੰਜਵਾਂ। ਹੁਣ ਕਹਿੰਦੇ ਆ ਮਾਲਕਾ ਦੇਖ ਤੇਰੀ ਗੇਮ ਪਾਈ ਹੋਈ ਆ, ਇਹ ਤੂੰ ਜਿਹੜਾ ਮੇਰੇ ਅੰਦਰ ਮਾਇਆ ਦੀ ਭੁੱਖ ਲਾਈ ਆ, ਮੇਰੇ ਅੰਦਰ ਦੁਨੀਆ ਦੇ ਵਿਚਾਰ, ਦੁਨੀਆ ਦੇ ਇੰਨੀ ਤੂੰ ਲਾਈਵ ਜਿਹੜੀ ਹੈਗੀ ਜਿਹੜੇ ਸੱਚ ਨਾਲੋਂ ਜਿਹੜੇ ਝੂਠ ਇੰਨਾ ਜਿਹੜਾ ਹੈਗਾ ਤੂੰ ਚਮਕਾ ਕੇ ਰੱਖਿਆ ਹੋਇਆ। ਚਿੱਲ ਮਿਲ ਬਿਸਿਆਰ ਦੁਨੀਆ ਫਾਨੀ, ਕਹਿੰਦੇ ਇੰਨੀ ਚਮਕਦੀ ਆ। ਕਹਿੰਦੇ ਮਾਲਕਾ ਮੈਨੂੰ ਨਹੀਂ ਪਤਾ, ਮੈਂ ਤਾਂ ਬਹੁਤ ਹੀ ਨੀਵੀਂ ਸੋਚ ਵਾਲਾ ਬੰਦਾ ਹਾਂ। ਫਿਰ ਵੀ ਮਾਲਕਾ ਤੂੰ ਮੇਰੇ ਉੱਤੇ ਕਿਰਪਾ ਕਰ, ਮੈਨੂੰ ਫਿਰ ਵੀ ਰਸਤਾ ਦੇ, ਮੈਨੂੰ ਬ੍ਰਹਮ ਗਿਆਨੀਆਂ ਦੇ ਨਾਲ ਮਗਰ ਰੱਖੀ। ਬਸ ਇੰਨੀ ਕੁ ਮੇਰੇ 'ਤੇ ਕਰਦੀ। ਮੇਰੀ ਡਿਮਾਂਡ ਕਰਨੀ ਮੈਨੂੰ ਨਹੀਂ ਆਉਂਦੀ, ਮੈਂ ਗਲਤ ਡਿਮਾਂਡ ਕਰੂੰਗਾ। ਮੈਂ ਆਪਣੇ ਮੂੰਹ 'ਤੇ ਚਿੱਕਲੀ ਲਾ ਲਈ। ਮੈਂ ਨਹੀਂ ਮੰਗਦਾ ਕੁਛ ਵੀ ਮਾਲਕਾ, ਪਰ ਮੈਨੂੰ ਜਿਹੜਾ ਹੈਗਾ
ਇੰਨਾ ਕੁ ਮੈਨੂੰ ਕਰੀ ਵੀ ਮੈਨੂੰ ਰਸਤਾ ਸਹੀ ਦਿਖਾਈ ਜਾਈ ਬਸ। ਸੋਠ ਮਹੱਲਾ ਪੰਜਵਾਂ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਕਹਿੰਦੇ ਮਾਲਕਾ ਮੈਂ ਤਾਂ ਮੈਲਾ ਹੈ, ਇੰਨਾ ਤਾਂ ਮੇਰੇ ਜਨਮਾਂ ਜਨਮਾਂ ਦੇ ਸੰਸਕਾਰ ਪਏ ਆ, ਔਰ ਫਿਰ ਮੈਂ ਕਿਹੜੇ ਪਾਸਿਓਂ ਡਿਮਾਂਡ ਕਰਾਂ ਸਹੀ, ਮੈਂ ਕਿਹੜੇ ਪਾਸਿਓਂ ਸਹੀ ਡਿਮਾਂਡ ਕਰਾਂ। ਹਮ ਮੈਲੇ, ਕਿਸੇ ਦਾ ਕਸੂਰ ਥੋੜੀ ਨਾ ਹੈਗਾ ਭਾਈ, ਕਿਸੇ ਦਾ ਕਸੂਰ ਥੋੜੀ ਨਾ ਹੈਗਾ। ਹਮ ਮੈਲੇ ਤੁਮ ਉਜਲ ਕਰਤੇ, ਤੂੰ ਉਜਲਾ ਕਰਨਾ ਹੈ ਮਾਲਕਾ, ਤੂੰ ਉਜਲਾ ਕਰਨਾ ਹੈ। ਤੂੰ ਆਹ ਫੀਲਡ ਜਿਹੜੀ ਹੈਗੀ, ਇਹ ਵਿਚਾਰਾਂ ਦੇ ਜਿਹੜੀ ਹੈਗੀ, ਇਹ ਸੰਸਕਾਰ ਜਿਹੜੇ ਹੈਗੇ, ਇਹਨਾਂ ਨੂੰ ਤੂੰ ਹਟਾਉਣਾ ਹੈ। ਹਮ ਨਿਰਗੁਣ ਤੂੰ ਦਾਤਾ, ਮੇਰੇ ਕੋਲ ਤਾਂ ਕੋਈ ਗੁਣ ਹੀ ਨਹੀਂ ਹੈ ਮਾਲਕਾ, ਤੂੰ ਦਾਤਾ ਹੈ, ਤੂੰ ਦਾਤ ਦੇਣੀ ਹੈ, ਤੂੰ ਦਾਤ ਦੇਣੀ ਹੈ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਲਕਾ ਮੈਂ ਤਾਂ ਮੂਰਖ ਹਾਂ, ਮੈਂ ਤਾਂ ਮੰਗੀ ਤੇਰੇ ਕੋਲੋਂ ਉਹ ਕਰਨੀ ਹੈ ਜਿਹਨੇ ਮੈਨੂੰ ਡੋਬ ਦੇਣਾ ਹੈ। ਮੈਂ ਤਾਂ ਚੀਜ਼ ਹੀ ਉਹ ਮੰਗਣੀ ਹੈ ਜਿਹੜੀ ਜ਼ਹਿਰ ਹੈਗੀ, ਜਿਹਨੇ ਮੈਨੂੰ ਜਿਹੜਾ ਹੈਗਾ ਮਾਰ ਦੇਣਾ ਹੈ, ਮੈਨੂੰ ਅਧਿਆਤਮਿਕ ਰਸਤੇ 'ਤੇ ਮੁਰਦਾ ਕਰ ਦੇਣਾ। ਮੈਂ ਤਾਂ ਉਹ ਚੀਜ਼ ਮੰਗੂੰਗਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਲਕਾ ਤੈਨੂੰ ਤਾਂ ਸਾਰਾ ਕੁਛ ਪਤਾ ਹੈ, ਗੇਮ ਤਾਂ ਤੂੰ ਹੀ ਪਾਈ ਹੋਈ ਹੈ, ਤੈਨੂੰ ਤਾਂ ਪਤਾ ਹੈ ਨਾ ਕਿਵੇਂ ਅਸੀਂ ਉਲਝ ਰਹੇ, ਕਿਵੇਂ ਅਸੀਂ ਫਸੇ ਹੋਏ। ਮਾਧੋ ਹਮ ਐਸੇ ਤੂੰ ਐਸਾ। ਮਾਲਕਾ ਦੇਖ ਲਾ, ਤੂੰ ਸਾਰਾ ਚਾਰ ਸਪੇਰਿਆਂ ਜਿਹੜਾ ਹੈਗਾ ਫਰੀ ਹੈਗਾ, ਤੂੰ ਤਾਂ ਬਾਦਸ਼ਾਹ ਹੈਗਾ, ਤੈਨੂੰ ਕੋਈ ਪ੍ਰੋਬਲਮ ਥੋੜੀ ਨਾ ਹੈ। ਪ੍ਰੋਬਲਮ ਤਾਂ ਸਾਨੂੰ ਹੈਗੀ ਆ, ਪਰ ਇੰਟਰਨ ਹੈ ਉਹ ਮਾਲਕ ਪਰਮਾਤਮਾ ਹੀ ਹੈਗਾ ਆਪਣੇ ਵਿੱਚ। ਇੰਟਰਨ ਹੈ ਮਾਲਕ ਹੀ ਹੈਗਾ, ਪਰ ਫਿਰ ਵੀ ਆਪਾਂ ਇੰਡੀਵਿਜੂਅਲ ਜਿਹੜੇ ਹੈਗੇ ਤਕਲੀਫ ਦੇ ਵਿੱਚ ਤਾਂ ਹੈਗੇ ਹੀ ਆ ਇਸ ਟਾਈਮ। ਮਾਲਕ ਭਾਵੇਂ ਹੈਗਾ ਮਾਲਕ, ਫਿਰ ਵੀ ਉਹਨੇ ਗੇਮ ਐਸੀ ਪਾਈ ਹੋਈ ਹੈ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ ਰਹਾਓ। ਕਹਿੰਦੇ ਅਸੀਂ ਪਾਪ ਕਰਨ ਵਾਲੇ ਹਾਂ, ਤੂੰ ਪਾਪਾਂ ਨੂੰ ਦੂਰ ਕਰਨ ਵਾਲਾ ਹੈ। ਤੇਰਾ ਦੇਸ਼ ਜਿਹੜਾ ਹੈਗਾ, ਤੇਰਾ ਮਹਿਲ ਜਿਹੜਾ ਹੈਗਾ, ਤੇਰੀ ਨੇੜਤਾ ਜਿਹੜੀ ਹੈਗੀ ਉਹ ਚੰਗੀ ਹੈਗੀ, ਉਹ ਚੰਗੀ ਹੈਗੀ। ਰਹਾਓ ਤੁਮ ਸਭ ਸਾਜੇ, ਸਾਜ ਨਿਵਾਜੇ, ਜਿਉ ਪਿੰਡ ਦੇ ਪ੍ਰਾਣਾ। ਤੂੰ ਤਾਂ ਸਾਨੂੰ ਚੰਗੀ ਤਰ੍ਹਾਂ ਸਵਾਰਿਆ ਆ, ਤੁਮ ਸਭ ਸਾਰਿਆਂ ਨੂੰ ਸਵਾਰਿਆ ਹੈ, ਸਾਜ ਕੇ ਨਿਵਾਸ ਦਿੱਤਾ ਸਾਨੂੰ ਕੀ ਦਿੱਤਾ? ਜਿਉ ਦੇ ਦਿੱਤਾ, ਪਿੰਡ ਦੇ ਦਿੱਤੇ, ਪ੍ਰਾਣ ਦੇ ਦਿੱਤੇ ਸਾਨੂੰ। ਪ੍ਰਾਣ ਦੇਖ ਲਓ, ਪ੍ਰਾਣ ਨਿਕਲ ਜਾਏ ਇਨਸਾਨ ਕਹਿੰਦੇ ਬਸ ਸਾੜ ਦੋ ਇਹਨੂੰ, ਹੈ ਨਹੀਂ ਪ੍ਰਾਣ ਇਹਦੇ। ਜਿਉ ਤਾਂ ਚਲਾ ਗਿਆ, ਔਰ ਪ੍ਰਾਣ ਆਕਸੀਜਨ ਉਹ ਵੀ ਖਤਮ, ਪ੍ਰਾਣ ਵੀ ਚਲੇ ਗਏ। ਤੁਮ ਸਭ ਸਾਜੇ, ਪ੍ਰਾਣ ਖਿੱਚ ਲਏ ਅਗਲੇ ਨੇ ਬਸ। ਜਿਉ ਤੇ ਪਿੰਡ ਪ੍ਰਾਣਾਂ ਦੇ ਵਜ੍ਹਾ ਨਾਲ ਹੀ ਜਿਹੜੇ ਦੋਨੋਂ ਜੁੜੇ ਹੋਏ ਸੀਗੇ, ਪ੍ਰਾਣ ਗਏ ਤੇ ਬਸ ਇਹਨਾਂ ਦੋਨੋਂ ਇਕੱਠੇ ਨਹੀਂ ਰਹਿ ਸਕਦੇ ਫਿਰ। ਤੁਮ ਸਭ ਸਾਜੇ, ਸਾਜ ਨਿਵਾਜੇ, ਜਿਉ ਪਿੰਡ ਦੇ ਪ੍ਰਾਣਾ। ਨਿਰਗੁਣ ਆਰੇ, ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਮੈਂ ਤਾਂ ਨਿਰਗੁਣ ਆ ਰਿਹਾ ਮਾਲਕਾ, ਕੋਈ ਗੁਣ ਨਹੀਂ ਹੈ, ਤੂੰ ਦਾਨ ਦੇ ਦੇ ਮਾਲਕਾ, ਤੂੰ ਦਾਨ ਦੇ ਦੇ। ਤੈਨੂੰ ਤਾਂ ਪਤਾ ਹੈ ਮੇਰਾ ਭਲਾ ਕਾਹਦੇ ਵਿੱਚ ਹੈ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਤੂੰ ਤਾਂ ਹਮੇਸ਼ਾ ਭਲਾ ਕਰਦਾ ਹੈ, ਮੈਂ ਤੇਰਾ ਜਾਣਦਾ ਹੀ ਨਹੀਂ। ਜਿਹੜੇ ਰਸਤੇ 'ਤੇ ਤੂੰ ਤੁਰਨਾ ਚਾਹੁੰਦਾ ਮੈਂ ਉਸ ਰਸਤੇ 'ਤੇ ਤੁਰਨਾ ਹੀ ਨਹੀਂ ਚਾਹੁੰਦਾ। ਮੈਂ ਤਾਂ ਆਪੋਜ਼ਿਟ ਰਸਤਾ ਫੜਦਾ ਹੈ, ਜਿਹੜਾ ਕਿ ਕੰਡਿਆਲਾ, ਕੰਡਿਆਂ ਦੇ ਨਾਲ ਭਰਿਆ, ਜਿਹੜਾ ਕਿ ਅਵਗੁਣਾਂ ਦੇ ਨਾਲ, ਜਿਹੜਾ ਕਿ ਜ਼ਹਿਰ ਦੇ ਨਾਲ, ਜਿਹੜਾ ਕਿ ਆਤਮਿਕ ਮੌਤ ਦੇ ਨਾਲ ਹੈਗਾ। ਉਹ ਰਸਤੇ 'ਤੇ ਤੁਰਨਾ ਚਾਹੁੰਦਾ ਹੈ, ਉਸ ਰਸਤੇ 'ਤੇ ਤੁਰਦਾ ਹੈ ਮੈਂ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਤੂੰ ਹਮੇਸ਼ਾ ਹੀ ਦਿਆਲ ਹੈ, ਹਮੇਸ਼ਾ ਹੀ ਦਿਆਲ ਹੈ। ਤੁਮ ਸੁਖਦਾਈ ਪੁਰਖ ਵਿਦਾਤੇ, ਤੁਮ ਰਾਖੋ ਆਪਣੇ ਬਾਲਾ। ਤੂੰ ਸੁਖਦਾਈ ਹੈ ਮਾਲਕਾ, ਸੁੱਖਾਂ ਦਾ ਸੋਮਾ ਹੈਗਾ ਆ। ਤੂੰ ਮੇਰੀ ਤਕਦੀਰ ਲਿਖਣ ਵਾਲਾ ਹੈ, ਸਾਰਿਆਂ ਦੀ ਤਕਦੀਰ ਲਿਖਣ ਵਾਲਾ ਹੈ। ਤੂੰ ਆਪਣੇ ਬੱਚੇ ਨੂੰ ਰੱਖ, ਮੈਂ ਬੱਚਾ ਹੀ ਹਾਂ ਤੇਰਾ, ਮੈਂ ਤਾਂ ਇਆਣਾ ਬੱਚਾ ਹਾਂ ਮਾਲਕਾ। ਮੈਨੂੰ ਨਹੀਂ ਪਤਾ ਅੱਗ ਦਾ, ਮੈਨੂੰ ਨਹੀਂ ਪਤਾ ਸੱਪ ਦਾ, ਮੈਂ ਤਾਂ ਇਹਨੂੰ ਫੜ ਲੈਣਾ ਜਾ ਕੇ। ਤੁਮ ਸੁਖਦਾਈ ਪੁਰਖ ਵਿਦਾਤੇ, ਤੁਮ ਰਾਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੇ। ਤੂੰ ਤਾਂ ਖਜ਼ਾਨਾ ਹੈਗਾ ਮਾਲਕਾ, ਔਰ ਅਟਲ ਨੇ ਹਮੇਸ਼ਾ ਰਹਿਣ ਵਾਲਾ, ਔਰ ਬਾਦਸ਼ਾਹ ਹੈਗਾ, ਹਮੇਸ਼ਾ ਵਾਸਤੇ ਬਾਦਸ਼ਾਹ ਹੈਗਾ। ਅਸੀਂ ਜੀ ਜੰਤ ਜਿਹੜੇ ਹੈਗੇ ਸਾਰੇ ਜਿਹੜੇ ਤੇਰੇ ਮੰਗਤੇ ਹੈਗੇ,
जाचै मंगते तुम निधान अटल सुल्तान जी जंत सब जाचै कहो नानक हम इहे हवाला राख संतन कै पाछै। मालका मेरी कोई डिमांड नहीं, कुछ नहीं, बस इक्को ही गल है, मैनू ब्रह्म ज्ञानियों के मगर मगर रख, ब्रह्म ज्ञान मैनू आउंदा रहे, बस इन्ना कहेगा मेरा, मैनू आ चीज़ चाहिए है, कोई डिमांड नहीं, कुछ नहीं, मैनू मैनू गुरु दे मगर रख, मैनू गुरु का ज्ञान दे, मैनू गुरु का ज्ञान दिंदा रहे। अगला शब्द आ गया जी, सोठ महला पंजवा कर दूजा। मात गर्भ में आपन सिमरन दे तह तुम राखन हारे। ਉਹ ਮਾਲਕਾ ਮਾਂ ਦੇ ਪੇਟ ਦੇ ਵਿੱਚ ਜਿਹੜਾ ਹੈਗਾ ਉੱਥੇ ਤੂੰ ਜਿਹੜਾ ਹੈਗਾ ਜਦ ਮੇਰੀ ਜੀਭ ਵੀ ਨਹੀਂ ਬਣੀ ਸੀਗੀ ਤੇ ਉੱਥੇ ਜਦ ਮੇਰਾ ਸਰੀਰ ਵੀ ਨਹੀਂ ਬਣ ਰਿਹਾ ਸੀ ਉੱਥੇ ਤੂੰ ਆਪਣਾ ਸਿਮਰਨ ਦੇ ਕੇ ਮੈਨੂੰ ਆਪਣੇ ਨਾਲ ਜੋੜਿਆ ਹੋਇਆ ਸੀਗਾ। ਉਸ ਜਗ੍ਹਾ ਤੇ ਤੂੰ ਸਿਮਰਨ ਦਿੱਤਾ ਸੀਗਾ, ਉਸ ਜਗ੍ਹਾ ਤੇ ਧਿਆਨ ਦਿੱਤਾ ਸੀਗਾ, ਤੇ ਇੱਥੇ ਕਿਉਂ ਨਹੀਂ ਦੇ ਰਿਹਾ? ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ, ਤੂੰ ਮੈਨੂੰ ਉੱਥੇ ਰੱਖਿਆ। ਇਸ ਜਗ੍ਹਾ ਤੋਂ ਇੰਨਾ ਜਿਹੜਾ ਹੈਗਾ, ਐਸੀ ਜਗ੍ਹਾ ਜਿੱਥੇ ਅੱਗ ਹੈਗੀ, ਪੁੱਠਾ ਲਟਕਣਾ ਸਾਰਾ ਜਿਹੜਾ ਹੈਗਾ ਗੰਦਗੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ, ਭਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਇੱਥੇ ਬਾਹਰ ਜਿਹੜਾ ਹੈਗਾ ਇਹ ਵਿਸ਼ੇ ਵਿਕਾਰਾਂ ਦੀਆਂ ਇਹ ਜਿਹੜੇ ਹੈਗੇ ਸਾਰੇ ਵਿਚਾਰਾਂ ਦੀਆਂ ਲਹਿਰਾਂ, ਇਹ ਅੱਗ ਦਾ ਸਮੁੰਦਰ, ਤ੍ਰਿਸ਼ਨਾ ਦਾ ਸਮੁੰਦਰ, ਲਹਿਰਾਂ ਦੇ ਵਿੱਚ ਮੈਂ ਜਿਹੜਾ ਹੈਗਾ ਮੈਂ ਡੋਲੇ ਖਾ ਰਿਹਾ, ਮੈਂ ਜਿਹੜਾ ਹੈਗਾ ਇਹਦੇ ਵਿੱਚ ਡੁੱਬ ਰਿਹਾ ਹਾਂ ਮਾਲਕਾ। ਅਥਾਹ ਹੈਗਾ ਸਮੁੰਦਰ, ਇਹ ਵਿਚਾਰਾਂ ਦਾ ਅਥਾਹ ਸਮੁੰਦਰ ਹੈਗਾ, ਇਹਦੇ 'ਚੋਂ ਤਾਰ ਮੈਨੂੰ, ਤੂੰ ਹੈ ਤਾਰਨ ਵਾਲਾ। ਤਾਰ ਇੱਥੋਂ ਵੀ ਤਾਂ ਤਾਰਨਾ, ਉੱਥੇ ਜਦ ਮਾਂ ਦੇ ਪੇਟ 'ਚ ਤਾਰਿਆ, ਬਾਹਰ ਕੱਢਿਆ, ਇੱਥੇ ਕਿਉਂ ਨਹੀਂ ਕੱਢ ਰਿਹਾ? ਇੱਥੇ ਵੀ ਕੱਢ। ਉਹ ਭਾਈ ਤੇਰੀ ਡਿਮਾਂਡ ਨਹੀਂ ਆਈ ਸੀਗੀ, ਤੇਰੀ ਡਿਮਾਂਡ ਨਹੀਂ ਆਈ ਸੀ, ਤੇਰੀ ਪੁਕਾਰ ਨਹੀਂ ਆਈ ਸੀਗੀ, ਤੇਰੀ ਪੁਕਾਰ ਚਾਹੀਦੀ ਸੀਗੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ, ਭਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਹੇ ਮੇਰੇ ਮਾਲਕਾ ਤੂੰ ਮੇਰਾ ਮਾਲਕ ਹੈਗਾ ਆ, ਮੇਰੇ ਸਿਰ ਦੇ ਉੱਤੇ ਹੈਗਾ, ਤੇਰਾ ਹੁਕਮ ਚੱਲਦਾ ਹੈ, ਸਾਰਾ ਕੁਛ ਤੇਰਾ, ਮਾਇਆ ਕਾਮ ਕ੍ਰੋਧ ਲੋਭ ਓਂਕਾਰ ਸਾਰੇ ਤੇਰਾ ਹੁਕਮ ਮੰਨਦੇ ਆ ਮਾਲਕਾ, ਤੇਰਾ ਹੁਕਮ ਮੰਨਦੇ। ਮੈਂ ਹੀ ਤੇਰਾ ਹੁਕਮ ਨਹੀਂ ਮੰਨਦਾ, ਮੈਂ ਹੀ ਤੇਰਾ ਹੁਕਮ ਨਹੀਂ ਮੰਨਦਾ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ ਰਾਹੋ। ਇੱਥੇ ਵੀ ਉੱਥੇ ਵੀ ਹਰ ਜਗ੍ਹਾ ਤੇ ਤੇਰਾ ਹੀ ਆਧਾਰ ਆ, ਤੇਰਾ ਹੀ ਧਰਵਾਸਾ ਹੈਗਾ, ਤੇਰਾ ਹੀ ਰੂਲ ਆ, ਤੇਰਾ ਹੀ ਕਾਨੂੰਨ ਆ, ਤੂੰ ਹੀ ਮਾਲਕ ਆ, ਤੇਰਾ ਹੀ ਆਸਰਾ ਹੈਗਾ। ਰਹਾਓ ਕੀਤੇ ਕੋ ਮੇਰੇ ਸਮਾਨੈ, ਕਰਨਹਾਰ ਤ੍ਰਿਣ ਜਾਣੈ। ਕਹਿੰਦੇ ਮੈਂ ਕਰ ਕਰਕੇ ਜੋ ਕਰਦਾ ਉਹ ਮਾਲਕ ਤਾਂ ਤੀਲਾ ਵੀ ਨਹੀਂ ਸਮਝਦਾ, ਉਹਨੂੰ ਤੀਲਾ ਵੀ ਨਹੀਂ ਹੈਗਾ। ਕੀਤੇ ਕੋ ਮੇਰੇ ਸਮਾਨੈ, ਕਰਨਹਾਰ ਤ੍ਰਿਣ ਜਾਣੈ। ਤੂੰ ਦਾਤਾ ਮੰਗਨ ਕੋ ਸਗਲੀ, ਦਾਨ ਦੇ ਪ੍ਰਭ ਭਾਣੇ। ਮਾਲਕਾ ਮੈਨੂੰ ਕੀ ਪਤਾ ਹੈ, ਮੈਨੂੰ ਕੀ ਪਤਾ ਹੈ ਕੀ ਮੰਗਣਾ ਹੈ। ਤੂੰ ਦਾਤਾ ਹੈਗਾ, ਮੰਗਣ ਵਾਸਤੇ ਸਾਰੀ ਸ੍ਰਿਸ਼ਟੀ, ਸਾਰੀ ਲੁਕਾਈ ਜਿਹੜੀ ਹੈਗੀ ਸਾਰੇ ਮੰਗਤੇ ਹੈਗੇ। ਤੂੰ ਆਪਣੀ ਮਰਜ਼ੀ ਦੇ ਨਾਲ ਜਿਹੜੀ ਚੀਜ਼ ਮੇਰੇ ਵਾਸਤੇ ਚੰਗੀ ਆ ਉਹ ਮੈਨੂੰ ਦੇ, ਤੂੰ ਦੇ ਆਪਣੀ ਮਰਜ਼ੀ ਦੇ ਨਾਲ, ਮੇਰੀ ਕੋਈ ਡਿਮਾਂਡ ਨਹੀਂ ਹੈ, ਤੂੰ ਦੇ। ਤੂੰ ਆਪਣੇ ਆਪ ਮੈਨੂੰ ਕੀ ਚੀਜ਼ ਠੀਕ ਹੈ ਮੇਰੇ ਵਾਸਤੇ, ਉਹ ਚੀਜ਼ ਮੈਨੂੰ ਦੇ। ਤੂੰ ਦਾਤਾ ਮੰਗਨ ਕੋ ਸਗਲੀ, ਦਾਨ ਦੇ ਪ੍ਰਭ ਭਾਣੈ। ਤੂੰ ਆਪਣੇ ਭਾਣੇ ਦੇ ਵਿੱਚ ਦੇ ਮੈਨੂੰ, ਆਪਣੀ ਮਰਜ਼ੀ ਦੇ ਨਾਲ ਦੇ, ਔਰ ਮੈਨੂੰ ਉਹ ਚੰਗੀ ਲੱਗੇ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਕਹਿੰਦੇ ਤੂੰ ਤਾਂ ਮਾਲਕਾ ਇੱਕ ਖਿਨ ਦੇ ਵਿੱਚ ਜਿਹੜਾ ਹੈਗਾ ਗਲੈਕਸੀਆਂ ਬਣਾ ਦੇਣਾ ਹੈ, ਦੂਜੇ ਖਿਨ ਦੇ ਵਿੱਚ ਢਾਹ ਦੇਣਾ ਹੈ ਮਾਲਕਾ। ਤੇਰੇ ਤਾਂ
ਤੇਰਾ ਤਾਂ ਚਲਤ ਜਿਹੜਾ ਹੈਗਾ, ਤੇਰਾ ਤਾਂ ਤਮਾਸ਼ਾ ਜਿਹੜਾ ਦੁਨੀਆ ਦਾ, ਕਹਿੰਦੇ ਆਸ਼ਚਰਜ ਹੈਰਾਨਕੁਨ ਹੈਗਾ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ, ਤੂੰ ਤਾਂ ਮਾਲਕਾ ਬਹੁਤ ਹੀ ਸੁੰਦਰ ਹੈ, ਬਹੁਤ ਹੀ ਗੂੜਾ ਹੈਗਾ, ਬਹੁਤ ਹੀ ਗਹਿਰਾ ਹੈਗਾ, ਬਹੁਤ ਹੀ ਗੰਭੀਰ ਹੈਗਾ ਮਾਲਕਾ, ਉੱਚਾ ਹੈਗਾ, ਅਗੰਮਿਆ ਤੇਰੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਤੂੰ ਤਾਂ ਪਾਰ ਹੈ ਸੰਸਾਰ ਸਮੁੰਦਰ ਦੇ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਇਸ ਤੋਂ ਨਿਕਲਿਆ ਨਹੀਂ ਜਾ ਸਕਦਾ ਬਗੈਰ ਜਿਹੜਾ ਹੈਗਾ ਸਹੀ ਜਿਹੜੀ ਹੈਗੀ ਆ ਸਿਹਤ ਦੇ। ਸਾਧ ਸੰਗੇ ਜੋ तुम्हें ਮਿਲਾਇਓ तो सुनी तुम्हारी बानी, तू ब्रह्म ज्ञानी, ब्रह्म ज्ञान, साधु साध, गुरु गुर सतगुरु जद मिला दित्या, इन्हां नूं मिलाता, इन्हां तो ज्ञान मिलिया, ਤਾਂ ਮੈਨੂੰ ਪਤਾ ਲੱਗਿਆ ਵੀ ਮਾਲਕ ਪਰਮਾਤਮਾ ਦੇ ਨਾਲ ਮਿਲਾਉਣ ਵਾਲੀ ਬਾਣੀ ਕਿਹੜੀ ਹੈਗੀ ਭਾਈ, ਕਿਵੇਂ ਬਣਨਾ ਪਊਗਾ, ਕੀ ਕਰਨਾ ਪਊਗਾ। ਤਾਂ ਮੈਨੂੰ ਜਿਹੜਾ ਹੈਗੇ ਉਹ ਗਾਈਡੈਂਸ ਮਿਲੀ, ਤਾਂ ਮੈਨੂੰ ਇਹ ਸਾਰਾ ਦਾ ਸਾਰਾ ਗਿਆਨ ਲਿਆ, ਉਹਦੇ ਨਾਲ ਉਹਦੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਆਪਣੇ ਆਪ ਨੂੰ ਮੋਡੀਫਾਈ ਕਰਨਾ ਹੈ, ਉਹ ਮੈਨੂੰ ਸਾਰਾ ਪਤਾ ਲੱਗਿਆ, ਭੇਤ ਪਤਾ ਲੱਗ ਗਏ। ਸਾਧ ਸੰਗੇ ਜੋ ਤੁਮੇ ਮਿਲਾਇਓ, ਤੇਰੀ ਕਿਰਪਾ ਹੋ ਗਈ, ਤੋ ਸੁਣੀ ਤੁਮਾਰੀ ਬਾਣੀ, ਤੇਰੇ ਤੱਕ ਪਹੁੰਚਣ ਵਾਲੀ ਬਾਣੀ। ਕਿਵੇਂ ਬਣਨਾ ਹੈ ਤੇਰੇ ਨੇੜੇ ਆਉਣ ਵਾਸਤੇ, ਕੀ ਕਰਨਾ ਪਊਗਾ, ਕੀ ਛੱਡਣਾ ਪਊਗਾ, ਕੀ ਲੈਣਾ ਪਊਗਾ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਕਹਿੰਦੇ ਆਨੰਦ ਹੀ ਆਨੰਦ ਆ ਗਿਆ ਭਾਈ, ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਐਸਾ ਉਹ ਮਾਲਕ ਗੁਪਤੀ ਬਾਣੀ ਪ੍ਰਗਟ ਹੋਏ, ਹਾਂ ਨਾਨਕ ਪਰਖ ਲਏ ਸੱਚ ਸੋਏ। ਬਿਲਕੁਲ, ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਇਸ ਤੋਂ ਅਗਲਾ ਸ਼ਬਦ ਆ ਗਿਆ ਸੋਠ ਮਹਲਾ ਪੰਜਵਾਂ। ਹੁਣ ਜਦ ਮਾਲਕ ਨੇ ਸੰਗਤ ਦੇ ਦਿੱਤੀ, ਸਾਧ ਸੰਗਤ ਦੇ ਦਿੱਤੀ, ਗੁਰੂ ਦੀ ਸੰਗਤ ਦੇ ਦਿੱਤੀ, ਬ੍ਰਹਮ ਗਿਆਨ ਦੇ ਦਿੱਤਾ, ਅਗਲਾ ਸ਼ਬਦ ਆ ਗਿਆ ਸੋਠ ਮਹਲਾ ਪੰਜਵਾਂ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ। ਬਸ ਮਾਲਕਾ ਆਹੀ ਚਾਹੀਦਾ ਸੀ, ਮੈਨੂੰ ਆਹੀ ਚਾਹੀਦਾ ਸੀਗਾ। ਹਮ ਸੰਤਨ ਕੀ ਰੇਣ ਪਿਆਰੇ, ਕਿਉਂਕਿ ਸੰਤ ਜਿਹੜੇ ਹੈਗੇ ਇਹਨਾਂ ਨੇ ਮੇਰੇ ਵਰਗੇ ਨੂੰ ਜਿਹੜਾ ਹੈਗਾ, ਇਹਨੂੰ ਮੇਰੇ ਵਰਗੇ ਨੂੰ ਇਹ ਜਿਹੜਾ ਨਹੀਂ ਤੁਰ ਸਕਦਾ, ਇਹਨੂੰ ਚੱਕ ਕੇ ਫਿਰ ਤੋਰ ਲੈਣਾ ਹੈ, ਇਹਨੂੰ ਡਿਗੇ ਨੂੰ ਚੱਕ ਲੈਣਾ ਹੈ। ਹਮ ਸੰਤਨ ਕੀ, ਗੁਰੂ ਨੇ, ਗਾਈਡ ਨੇ, ਬ੍ਰਹਮ ਗਿਆਨੀਆਂ ਨੇ, ਬ੍ਰਹਮ ਗਿਆਨ ਨੇ ਚੱਕਣਾ ਹੈ ਆਪਾਂ ਨੂੰ ਭਾਈ। ਹਮ ਸੰਤਨ ਕੀ ਰੇਣ ਪਿਆਰੇ, ਸੰਤ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੱਤਿਆ ਹੈ ਸੰਤ ਮੇਰੀ ਓਟ ਹੈਗੇ, ਮੇਰਾ ਆਸਰਾ ਹੈਗਾ, ਮੇਰੀ ਤਾਕਤ ਹੈਗੇ। ਸੱਤਿਆ ਮਤਲਬ ਤਾਕਤ। ਹਮ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਇਹੀ ਮੇਰਾ ਗਹਿਣਾ ਹੈ ਭਾਈ। ਇਹਦੇ ਨਾਲ ਹੀ ਸੰਤ, ਇਸ ਗਿਆਨ ਦੇ ਨਾਲ ਹੀ ਮੈਂ ਸਵਰਨਾ ਹੈ, ਇਹਦੇ ਨਾਲ ਹੀ ਸੋਹਣਾ ਬਣਨਾ ਹੈ, ਇਹਦੇ ਨਾਲ ਹੀ ਤੈਨੂੰ ਪਸੰਦ ਆਉਣਾ ਹੈ। ਹਮ ਸੰਤਨ ਸਿਓ ਬਣੇ ਆਈ, ਕਹਿੰਦੇ ਮੇਰੀ ਤਾਂ ਬਸ ਇਸ ਗਿਆਨ ਦੇ ਨਾਲ, ਬ੍ਰਹਮ ਗਿਆਨੀਆਂ ਦੇ ਨਾਲ, ਮੇਰੀ ਤਾਂ ਇਹਦੇ ਨਾਲ ਬਣੇ ਆਈ, ਬਸ ਮੇਰੀ ਦੋਸਤੀ ਹੋ ਗਈ ਇਹਦੇ ਨਾਲ, ਮੈਨੂੰ ਹੋਰ ਕੁਛ ਨਹੀਂ ਚੰਗਾ ਲੱਗਦਾ। ਹਮ ਸੰਤਨ ਸਿਓ ਬਣੇ ਆਈ। ਪੂਰਬ ਲਿਖਿਆ ਭਾਈ, ਪਿਛਲੇ ਸੰਸਕਾਰ ਵੀ ਸੀਗੇ ਤੇ ਉਹ ਵੀ ਆ ਗਏ ਮੈਨੂੰ ਫਾਇਦਾ ਦੇਣ ਵਾਸਤੇ। ਇਹ ਮਨ ਤੇਰਾ ਭਾਈ, ਮਨ ਹੁਣ ਜਿਹੜਾ ਹੈਗਾ ਤੇਰਾ ਹੋ ਗਿਆ ਮਾਲਕਾ। ਸੰਤਾਂ ਨੇ ਕਿਹਾ ਮਾਲਕ ਪਰਮਾਤਮਾ ਤੇਰੇ ਅੰਗ ਸੰਗ ਆ, ਉਹ ਨਾਲ ਆ, ਉਹਨੂੰ ਮਹਿਸੂਸ ਕਰ, ਮਾਲਕ ਨੂੰ, ਮਾਲਕ ਦੇ ਨੇੜੇ ਬੈਠ, ਵਿਚਾਰ ਛੱਡ। ਇਹ ਮਨ ਤੇਰਾ ਭਾਈ ਰਹਾਓ, ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ। ਬਸ ਕਹਿੰਦੇ ਹੁਣ ਤਾਂ ਮੇਰਾ ਲੈਣ ਦੇਣ ਜਿਹੜਾ ਹੈਗਾ, ਮੇਰਾ ਵਿਵਹਾਰ ਜਿਹੜਾ ਹੈਗਾ, ਮੇਰਾ ਰਾਤ ਦਿਨ ਜਿਹੜਾ ਹੈਗਾ, ਮੇਰਾ ਇਸ ਸੰਤਾਂ ਦੇ ਨਾਲ ਹੀ ਗੁਜ਼ਰਦਾ ਹੈ, ਇਸ ਗਿਆਨ ਦੇ ਨਾਲ, ਇਸ ਬ੍ਰਹਮ ਗਿਆਨ ਦੇ ਨਾਲ, ਇਹਨਾਂ ਦੇ ਨਾਲ ਹੀ ਮੇਰੀ ਜਿਹੜੀ ਆ ਉਠਕ ਬੈਠਕ ਹੁੰਦੀ ਹੈ। ਉੱਠਣਾ ਬੈਠਣਾ, ਲੈਣਾ ਦੇਣਾ, ਸਾਰਾ ਕੁਛ ਮੇਰਾ ਵਿਵਹਾਰ ਦਿਨ ਦਾ ਇਸ ਤਰੀਕੇ ਦੇ ਨਾਲ ਇਹਨਾਂ ਸੰਤਾਂ ਦੇ ਨਾਲ ਹੀ ਚੱਲਦਾ ਹੈ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ। ਦੇਖੋ ਕਿੰਨਾ ਜ਼ਰੂਰੀ ਹੈਗਾ ਇਹ ਗਿਆਨ, ਕਿੰਨਾ ਜ਼ਰੂਰੀ ਹੈਗਾ ਇਹ ਗਿਆਨ, ਕਿੰਨੀ ਜ਼ਰੂਰੀ ਹੈ ਸਾਧ ਸੰਗਤ।
संतन स्यों मेरी लेवा देवी, संतन स्यों व्यवहारा, संतन स्यों हम लाहा खाटिया, हर भगत परे भंडारा। बस हो गया शुरू लाभ। बस उन्होंने क्या, विचार बंद कर, अंदर ध्यान सिमरन कर, बैठ अंदर। आही लाभ आ, यही भंडार आ, यही भगती हैगी भाई। जिन्ना मर्जी बैठ, जिन्ना मर्जी मैक्सीमम आ काम नूं प्रायोरिटी दे दे। बस आ भगती दे भंडार आ भाई। भर ला, चक ला, जिन्ना मर्जी चक, जिन्ना मर्जी चक, जिन्ना मर्जी बैठ। संतन स्यों मेरी लेवा देवी, संतन स्यों व्यवहारा, संतन स्यों हम लाहा खाटिया, हर भगत परे भंडारा। संतन मोको पूंजी सौंपी, तो उतरिया मन का धोखा। इस तरह माया, धोखा, ट्रैप, ये जड़ा हैगा, ये भूल भुलैया, ये जड़ा हैगा अंधेरा, अज्ञानता, इस तरह जाती है भाई। संतन मोको पूंजी सौंपी, आ पूंजी दे दी ध्यान सिमरन वाले, तो उतरिया मन का धोखा। तां मन जिहड़ा धोखा खा रहा सीगा, मन जिहड़ा हैगा जुआ खेड रहा सीगा, ਆਪਣੇ ਸਵਾਸ ਲੁਟਾ ਰਿਹਾ ਸੀਗਾ ਵਿਚਾਰਾਂ ਦੇ ਵਿੱਚ, ਸੰਸਾਰ ਦੇ ਵਿੱਚ, ਆਕਾਰ ਦੇ ਵਿੱਚ, ਦੁਨੀਆ ਦੇ ਵਿੱਚ, ਲੋਕਾਂ ਦੇ ਵਿੱਚ। संतन मोको पूंजी सौंपी, तो उतरिया मन का धोखा। देख लो किन्ना धोखा खा रहे हैं आपां, किन्ना धोखा खा रहे हैं आपां। ये मन का धोखा हैगा, मन का धोखा हैगा, सिर्फ विचारां का धोखा हैगा, सिर्फ विचारां का धोखा हैगा। अज का ज्ञान तो भाई ऐसा ज्ञान है, जे कोई विचार लेगा तो भाई देख लो बई बहुत बहुत जिहड़ा मालिक ने कृपा की है। संतन मोको पूंजी सौंपी, तो उतरिया मन का धोखा। धर्म राय अब कहा करेगो, जो फाटियो सगलो लेखा। हुण दस धर्म राजा तू की करेगा, हुण दस दे। मेरा तो लेखा ही खत्म हो गया, तेरे को कागज़ ही नहीं है मेरा, तेरे को कोई चार्जिस ही नहीं हैगे। वो की करते होंगे आ जी, जिहड़े कि वो रिपोर्ट करते होंगे ਉਹਦੀ कोई चार्जिस जिहड़ी रिपोर्ट होंदी है FIR कहते हुण तां कुछ नहीं हैगा तेरा। धर्म राय अब कहाँ करेगो, जो फाटियो सगलो लेखा। ਚਲਾਨ ਤਾਂ ਵੀਰ ਜੀ ਮਨ ਕੋਲੇ ਨੇ, ਉਹ ਮਨ ਉੱਥੋਂ ਐਡਾ ਹਾਥੀ ਆ, ਉਹ ਲੰਘ ਹੀ ਨਹੀਂ ਸਕਦਾ, ਸੰਕੁਰ ਹੈ ਤੇ ਉਹ ਫਿਰ ਚਲਾਨ ਹੀ ਨਹੀਂ ਹੋਊਗਾ ਤੇ ਉਹਦਾ ਦੋਸ਼ ਕਿੱਥੇ ਲੱਗਣਾ, ਉਹ ਦੋਸ਼ ਪੱਤਰ ਹੀ ਨਹੀਂ ਗਿਆ ਉੱਥੇ। ਹਾਂ ਬਸ ਆਇਆ ਜੀ। ਹਾਂ ਜੀ ਮਨ ਤਾਂ ਮੈਗਲ ਹੋਇਆ ਪਿਆ ਆ, ਮਤਲਬ ਇੱਕ ਦਵਾਈ ਦਾ 10ਵੇਂ ਪਾਰਟ ਜਿੰਨਾ ਸੂਖਸ਼ਮ ਹੋਣਾ ਪੈਣਾ। ਬਿਲਕੁਲ ਹੋਣਾ ਪੈਣਾ ਜੀ। ਹੋਮਿੰਗ ਸਭ ਜਾਊਗੀ ਤਾਂ ਹੀ ਮਤਲਬ ਨਹੀਂ ਵੀਰ ਜੀ ਇਹਨੇ ਮਰਨਾ ਹੈ, ਇਹਨੇ ਮਰਨਾ, ਇਹਦਾ ਅੰਤ ਮਰਨਾ ਹੁੰਦਾ, ਇਹਦਾ ਮਨ ਨੇ ਮਰਨਾ, ਮਤਲਬ ਮਨ ਜੀਤ ਕੇ ਜਗਜੀਤ ਉਹੀ ਹੈ ਕਿ ਮਰਨਾ ਹੈ ਨਹੀਂ, ਉਹ ਕਿਉਂਕਿ ਹਾਥੀ ਹੈ, ਉਹ ਉਦਾਂ ਤਾਂ ਲੰਘ ਹੀ ਨਹੀਂ ਸਕਦਾ ਉਹ। ਮਨ ਜਿਹੜਾ ਹੈਗਾ ਹੈ ਹੀ ਤੁਹਾਡਾ ਵਿਚਾਰ, ਜਿਹੜੇ ਹੈਗੇ ਵਿਚਾਰਾਂ ਦੀ ਫੀਲਡ, ਇਹ ਵਿਚਾਰ ਹੀ ਮਰਨੇ। ਇਹਨੇ ਆਤਮਾ ਦੇ ਉੱਤੇ ਛਾਇਆ ਹੋਇਆ ਹੈ, ਬਸ ਆਤਮਾ ਨੂੰ ਇਹਨੇ ਕੰਟਰੋਲ ਕੀਤਾ ਹੋਇਆ ਹੈ। ਬਸ ਇਹ ਮਨ ਤੂੰ ਜੋਤ ਸਰੂਪ ਹੈ, ਫਿਰ ਆਤਮਾ ਨਿਕਲਣੀ ਹੈ ਇਹਦੇ ਵਿੱਚੋਂ, ਆਪਣਾ ਮੂਲ ਪਛਾਣ। ਬਸ ਆਹੀ ਯਾਤਰਾ ਹੈਗੀ। ਮੈਂ ਕਹਿੰਦਾ ਜਿੰਨਾ ਗਿਆਨ ਹੁਣ ਮਤਲਬ ਸਮਝ ਆਈ ਜਾਂਦੀ ਆ ਕਿ ਜਿੱਦਾਂ ਕਹਿੰਦੇ ਨੇ ਕਿ ਉਹਦੇ ਨਾਂ 'ਚ ਰੱਤੇ ਰਹੋ, ਰੱਪੇ ਰਹੋ ਤੇ ਰੰਗੇ ਰਹੋ, ਮਤਲਬ ਫਿਰ ਤਾਂ ਕੋਈ ਵਿਚਾਰ ਆਉਣ ਦਾ ਕਾਰਨ ਹੀ ਨਹੀਂ ਹੋਣਾ ਚਾਹੀਦਾ, ਕਿਉਂਕਿ ਹੈ ਤਾਂ ਸਭ ਫੈਬਰੀਕੇਟਡ, ਉਹਦੀ ਬਣਾਈ ਚਾਲ ਆ ਮਾਲਕ ਦੀ, ਉਹਨੇ ਉਲਝਣ ਪਾਈ ਆ ਮਤਲਬ। ਬਿਲਕੁਲ ਬਿਲਕੁਲ ਜੀ। ਦੇਖੋ ਗਿਆਨ ਵੱਲੋਂ ਤਾਂ ਕੋਈ ਕਸਰ ਨਹੀਂ ਹੈ, ਆਪਾਂ ਨਹੀਂ ਕਹਿ ਸਕਦੇ ਹੁਣ ਗੁਰੂ ਦੇ ਕੋਲ ਸੰਤਾਂ ਦਾ ਕੋਈ ਜਿਹੜਾ ਹੈਗਾ ਆਪਾਂ ਕਹੀਏ ਵੀ ਸਾਨੂੰ ਗਿਆਨ ਹੀ ਨਹੀਂ ਸੀਗਾ। ਹੁਣ ਆਪਣੇ ਦੇਖੋ ਚਿਰੰਜੀਵ ਜੀ, ਹੁਣ ਚਾਰਜਿਸ ਜਿਹੜੇ ਹੈਗੇ ਆਪਣੇ ਤੇ ਵੱਖਰੇ ਲੱਗਣੇ ਆ। ਜੇ ਹੁਣ ਵੀ ਆਪਾਂ ਜਿਹੜੇ ਹੈਗੇ ਨਹੀਂ ਯਾਤਰਾ ਕਰ ਪਾਏ, ਹੁਣ ਵੀ ਮਾਇਆ ਦੇ ਵਿੱਚ ਫਸੇ ਰਹਿ ਗਏ, ਤੇ ਫਿਰ ਭਾਈ ਜਿਹੜਾ ਧਾਰਾ ਜਿਹੜੀ ਹੈਗੀ ਹੋਰ ਜ਼ਿਆਦਾ ਸੀਰੀਅਸ ਲੱਗੂਗੀ ਆਪਣੇ ਤੇ। ਬਾਕੀਆਂ ਨੂੰ ਤਾਂ ਪਤਾ ਹੀ ਨਹੀਂ ਹੈ, ਚੱਲ ਵੀ ਉਹਨਾਂ ਦਾ ਤਾਂ ਦੋਸ਼ ਘੱਟ ਆ, ਆਪਾਂ ਨੂੰ ਤਾਂ ਪਤਾ ਹੋ ਕੇ ਵੀ ਜੇ ਆਪਾਂ ਨਹੀਂ ਚੱਲਦੇ ਤੇ ਫਿਰ ਭਾਈ ਆਪਾਂ ਤਾਂ ਬਹੁਤ ਜਿਹੜੇ ਸੀਰੀਅਸ ਕ੍ਰਿਮੀਨਲ ਹੋ ਗਏ ਆਪਾਂ। ਇਸੇ ਗੱਲ ਦਾ ਡਰ ਹੈ ਜੀ। ਹਾਂਜੀ ਹਾਂ ਮਤਲਬ ਬਹੁਤ ਹੋਣੀ ਆ ਸਜ਼ਾ, ਕਿਉਂਕਿ ਜੇ ਮਾਇਆ ਦੇ ਵਿੱਚ ਫਸਾਂਗੇ ਤਾਂ ਉੱਥੇ ਵੀ ਬਹੁਤ ਜਾ ਕੇ ਕੁੱਟ ਪੈਣੀ ਹੈ। ਬਿਲਕੁਲ ਕੁੱਟ ਦੀ ਆਈ ਹੈ, ਨਹੀਂ ਚਾਂਸ ਮਿਲਣਾ ਭਾਈ, ਜੂਨਾਂ ਦੇ ਵਿੱਚ ਜਾਣਾ ਪਊਗਾ। ਬਸ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ। ਮਹਾ ਆਨੰਦ ਪਾਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਕਹਿੰਦੇ ਬਸ ਦੇਖ ਲਓ
ਉਹ ਲੱਗ ਪਏ ਉਸ ਪਾਸੇ ਤੇ ਕਹਿੰਦੇ ਮਹਾ ਆਨੰਦ ਮਿਲ ਗਿਆ, ਸਭ ਤੋਂ ਜ਼ਿਆਦਾ ਅੰਮ੍ਰਿਤ ਰਸ ਮਿਲ ਗਿਆ, ਅਮਰ ਹੋ ਗਿਆ, ਇਹ ਗੇਮ ਤੋਂ ਬਾਹਰ ਹੋ ਗਿਆ, ਮਾਲਕ ਦਾ ਸਾਥ ਹੋ ਗਿਆ, ਹਮੇਸ਼ਾ ਵਾਸਤੇ ਜਿਹੜਾ ਹੈਗਾ ਅਮਰ ਹੋ ਗਿਆ ਇਨਸਾਨ। ਸੰਤਾਂ ਦੇ ਪ੍ਰਸਾਦ ਇਹ ਬ੍ਰਹਮ ਗਿਆਨ ਦੇ ਦੁਆਰਾ ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਔਰ ਮਾਲਕ ਪਰਮਾਤਮਾ ਦੇ ਨਾਲ ਮਨ ਮੰਨ ਗਿਆ ਪਾਏ, ਰੰਗ ਦੇ ਵਿੱਚ ਰਤੇ ਗਏ, ਵਿਸਮਾਦ ਦੇ ਵਿੱਚ ਬਸ ਕਹਿੰਦੇ ਖੇੜਾ ਹੀ ਖੇੜਾ ਹੈਗਾ, ਕਿਹੜਾ ਹੀ ਕਿਹੜਾ ਹੈਗਾ। ਅੱਜ ਦਾ ਜਿਹੜਾ ਹੈਗਾ ਇਹ 17 ਸ਼ਬਦ ਹੈਗੇ, 8ਵੇਂ ਤੇ ਪਹੁੰਚੇ ਹਾਂ ਆਪਾਂ। ਅੱਗੇ ਪਤਾ ਨਹੀਂ ਕੀ, ਦੇਖੋ ਅੱਗੇ ਕੀ ਗਿਆਨ ਹੋਏਗਾ। ਇਸ ਤਰ੍ਹਾਂ ਜਿਹੜਾ ਲਿੰਕ ਕਰਕੇ ਆਪਾਂ ਗਿਆਨ ਲਈਏ, ਬਹੁਤ ਕਮਾਲ ਹੈ ਜੀ, ਬਹੁਤ ਕਮਾਲ ਹੈ। ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਉਹਨਾਂ ਨੇ ਆਪਾਂ ਨੂੰ ਆਹ ਗਿਆਨ ਜਿਹੜਾ ਇਸ ਤਰ੍ਹਾਂ ਦਾ ਆਪਣੇ ਜਿਹੜਾ ਹੈਗਾ ਇਹ ਸੰਗਤ ਦੇ ਵਿੱਚ ਖੁੱਲ੍ਹਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੰਗਤ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸੰਗਤ ਨੂੰ ਫਤਿਹ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਜੀ, ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈ? ਕੁਛ ਹੈ ਮਤਲਬ ਜਿਹੜਾ ਹੈਗਾ ਬਾਣੀ ਜਿਹੜੀ ਹੈਗੀ ਬੋਲਣ ਲੱਗ ਪਈ, ਗੁਰੂ ਬੋਲਣ ਲੱਗ ਪਿਆ। ਅਸੀਂ ਤਾਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਉਹਨਾਂ ਤੁਹਾਡੇ ਨਾਲ ਜੋੜਿਆ ਹੈਗਾ। ਉਹਨਾਂ ਦਾ ਦੇ ਨਹੀਂ ਦੇ ਸਕਦੇ ਹੈਗੇ, ਤੇ ਕੁਛ ਬਾਕੀ ਵਿਚਾਰਾਂ ਕਿਸੇ ਦਿਨ ਆਪ ਜੀ ਨੂੰ ਫੋਨ ਕਰਕੇ ਕਰਾਂਗਾ ਮੈਂ। ਨਹੀਂ, ਬਹੁਤ ਵਧੀਆ ਜੀ, ਬਹੁਤ ਵਧੀਆ। ਕਿਉਂਕਿ ਜਿਹੜਾ ਹੈ ਨਾ ਇਹ ਆਪਾਂ ਜਿਹੜੇ, ਮੈਂ ਤਾਂ ਇਸ ਕਰਕੇ ਕਹਿ ਰਿਹਾ ਕਿ ਆਪਾਂ ਜਿਹੜੇ ਹੈ ਨਾ ਕੱਟੜ ਦੇ ਵਿੱਚ ਆਏ ਹੋਏ ਹਾਂ, ਤੇ ਇਸ ਕਰਕੇ ਜਿਹੜਾ ਉੱਥੋਂ ਨਿਕਲਣਾ ਜਿਹੜਾ ਹੈ ਨਾ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਬਸ ਉਹ ਜਿਹੜਾ ਉੱਥੋਂ ਜਿਹੜਾ ਨਿਕਲ ਗਿਆ ਨਾ ਬੰਦਾ, ਬਹੁਤ ਜਿਹੜਾ ਹੈਗਾ ਸਮਝ ਲਓ ਫਿਰ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ